नाशक हर गोबिंद शुभ सुमत प्रकाशक श्री हर राय नामो कार जोरी नामो कार जोरी गुर हर कृष्ण मनाऊं बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें अमृत ज्ञान है मानिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए सतनाम श्री वाहिगुरु साहिब जी साहु सांग चढ़ चलियो मतंग डेरा करत चलत पुन प्रात कब हजरत गज पर चढ़ चल कब तुरंग पर उर हर खात कब हूँ पाल की बैठत गमनत जमु अनक उमराब प्रयात बाजे बजा छुटै बहुत पै तो से तुकारत मग जात वाहिगुरु जी का खालसा वाहिगुरु जी की फतेह। गरीब नवाज शहनशाह दातार हजूर खंडा ब्रह्मंडा दे मालक चवर छतर तख्त दे मालक प्रतख अकाल पुरख जोत साहिब सतगुरु श्री गुरु गुरु ग्रंथ साहिब जी अकाल पुरख दातार पिता परमेश्वर दी पावन गोद अंदर चोजी प्रीतम कलगीधर माही सरबंसदानी बाला प्रीतम साहिब सतगुरु श्री गुरु गुरु गोबिंद सिंह महाराज जी दे इन्हां पावन प्रगट अस्थान पंथ दे इस महान पवित्र अस्थान तखत श्री हरमंदर जी श्री पटना साहिब जी दी पाक पवित्र इलाही धरती ते मालिक दी पावन गोद अंदर जुड़ बैठे गुरु के प्यारे खालसा जी आओ साहब ने सुभाग बख्शिया है लड़ीवार गुर इतिहास धन गुरु अर्जन देव महाराज जी दे पावन जीवन बिरतांत सरवण कर रहे हाँ। सो गुरु रहमत दे सदका पिछले दीवाना विच साहब ने जो आसीसां बख्शिश कीतियां ने जो इन्हां शरीरां ने सरवण कीता है धन गुरु अर्जन देव महाराज जी दे कोल ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ
ਬੇਅੰਤ ਸੰਗਤਾਂ ਚਾਰੇ ਦਿਸ਼ਾਵਾਂ ਦੇ ਵਿੱਚੋਂ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਸਾਹਿਬਜ਼ਾਦੇ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਜੋ ਸ਼ਸਤਰ ਵੀ ਪਹਿਨਦੇ ਨੇ, ਸ਼ਸਤਰ ਵਿੱਦਿਆ ਦਾ ਅਭਿਆਸ ਵੀ ਕਰਦੇ ਹਨ। ਸੋ ਜਿਤਨੀ ਸੰਗਤ ਆਉਂਦੀ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿੱਥੇ ਦੀਦਾਰ ਕਰਕੇ ਹਿਰਦਾ ਖਿੜ ਉੱਠਦਾ ਹੈ, ਉੱਥੇ ਸਤਿਗੁਰਾਂ ਦੇ ਸਾਹਿਬਜ਼ਾਦੇ ਦੇ ਦੀਦਾਰ ਕਰਕੇ ਕੌਤਕ ਤੱਕ ਕੇ ਵੀ ਹਰ ਇੱਕ ਸਿੱਖ ਦਾ ਹਿਰਦਾ ਜਿਹੜਾ ਸੋ ਪ੍ਰਫੁੱਲਿਤ ਹੁੰਦਾ ਹੈ। ਸੋ ਇੰਜ ਗੁਰੂ ਅਰਜਨ ਦੇਵ ਮਹਾਰਾਜ ਸਭਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਇੱਧਰ ਪ੍ਰਿਥੀ ਚੰਦ ਦਾ ਹਿਰਦਾ ਜਿਹੜਾ ਹੈ ਉਹ ਦਿਨ ਪ੍ਰਤੀ ਦਿਨ ਇੱਕ ਚਿੰਤਾ ਦੇ ਵਹਿਣ ਵਿੱਚ ਵਹਿ ਰਿਹਾ ਹੈ। ਘਰ ਵਾਲੀ ਬੀਬੀ ਕਰਮੋ ਨੇ ਸ਼ਬਦ ਕਿਹਾ ਹੈ ਕਿ ਤੁਹਾਡਾ ਮਿੱਤਰ ਸੁਲਹੀ ਖਾਨ 'ਤੇ ਚੜ੍ਹਾਈ ਕਰ ਗਿਆ, ਤੁਸੀਂ ਚੰਦੂ ਦੇ ਨਾਲ ਸਾਂਝ ਕੀਤੀ, ਪਰ ਮੈਨੂੰ ਸ਼ਾਇਦ ਇੰਜ ਲੱਗਦਾ ਹੈ ਵੀ ਚੰਦੂ ਨੂੰ ਜੋ ਬੇਨਤੀ ਤੁਸੀਂ ਕੀਤੀ ਉਹ ਭੁੱਲ ਗਿਆ। ਕਿਉਂ ਨਾ ਇੱਕ ਚਿੱਠੀ ਹੋਰ ਪਾ ਕਰਕੇ ਤੁਸੀਂ ਚੰਦੂ ਨੂੰ ਯਾਦ ਕਰਵਾ ਦਿਓ। ਸੋ ਚਿੱਠੀ ਪਾਈ ਗਈ, ਚਿੱਠੀ ਚੰਦੂ ਤੱਕ ਪਹੁੰਚਦੀ ਹੈ। ਅੱਗੋਂ ਜਵਾਬ ਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਤੇਰੇ ਨਾਲੋਂ ਵੱਧ ਚਿੰਤਾਤੁਰ ਹਾਂ, ਮੈਂ ਤੇਰੇ ਨਾਲੋਂ ਵੱਧ ਜਲਦੀ ਦੇ ਵਿੱਚ ਹਾਂ ਕਿ ਕਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੈਂ ਖਤਮ ਕਰਾਂ। ਸੋ ਇਹਨੂੰ ਹੌਸਲਾ ਹੋਇਆ। ਉਧਰ ਚੰਦੂ ਨੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕਰ ਕੇ ਇੱਕ ਵਿਉਂਤ ਘੜੀ ਹੈ ਕਿ ਬਾਦਸ਼ਾਹ ਜਹਾਂਪਨਾਹ, ਤੁਹਾਡੇ ਬਜ਼ੁਰਗ ਵੱਡੇ ਬਾਦਸ਼ਾਹ ਜੋ ਹੋਏ ਨੇ ਉਹ ਸਾਰੇ ਸਮੇਂ-ਸਮੇਂ 'ਤੇ ਹਿੰਦੁਸਤਾਨ ਦੇ ਵਿੱਚ ਵਿਚਰਦੇ ਰਹਿੰਦੇ ਸਨ। ਉਹ ਆਪਣੀ ਸਲਤਨਤ ਦਾ ਜਾਇਜ਼ਾ ਲੈਂਦੇ ਸੀ, ਲੋਕਾਂ ਦੇ ਵਿੱਚ ਵਿਚਰਦੇ ਸਨ ਤਾਂ ਕਿ ਦੁਨੀਆ ਵਿੱਚ ਡਰ ਬਣਿਆ ਰਵੇ। ਪਰ ਤੁਸੀਂ ਬਾਹਰ ਜਾਂਦੇ ਨਹੀਂ ਹੋ, ਤੁਸੀਂ ਨਿਕਲਦੇ ਨਹੀਂ ਹੋ। ਇਸ ਕਰਕੇ ਕੀ ਹੋਇਆ ਹੈ ਕਿ ਲੋਕਾਂ ਦੇ ਮਨਾਂ ਵਿੱਚੋਂ ਤੁਹਾਡਾ ਖੌਫ ਖਤਮ ਹੁੰਦਾ ਜਾ ਰਿਹਾ। ਫਿਰ ਗਰਮੀਆਂ ਦਾ ਮੌਸਮ ਹੈ, ਕਿਉਂ ਨਾ ਤੁਸੀਂ ਕਸ਼ਮੀਰ ਵਾਲੇ ਠੰਡੇ ਇਲਾਕੇ ਦੇ ਵਿੱਚ ਜਾਓ। ਸੋ ਜਹਾਂਗੀਰ ਬੜਾ ਖੁਸ਼ ਹੈ ਕਿ ਤੂੰ ਮੇਰੀ ਇੰਨੀ ਪਰਵਾਹ ਕਰਦਾ। ਸੋ ਤਿਆਰੀ ਮੁਕੰਮਲ ਹੋ ਗਈ ਹੈ, ਬੇਗਮਾਂ ਨਾਲ ਲੈ ਲਈਆਂ ਨੇ, ਕੁਝ ਸਿਪਾਹੀ ਜਿਹੜੇ ਨੇ ਨਾਲ ਲੈ ਲਏ ਨੇ, ਅਤੇ ਦੀਵਾਨ ਚੰਦੂ ਨੂੰ ਵੀ ਆਪਣੇ ਨਾਲ ਲੈ ਲਿਆ। ਸੋ ਦਿੱਲੀ ਤੋਂ ਕੂਚ ਕਰ ਦਿੱਤਾ ਹੈ। ਇੱਥੋਂ ਤੱਕ ਆਪਾਂ ਪਿਛਲੇ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕੀਤਾ। ਸੋ ਆਓ ਅਗਲੀ ਲੜੀ ਨੂੰ ਪ੍ਰਾਰੰਭ ਕਰੀਏ। ਜਿਤਨੇ ਮਾਲਕ ਦੀ ਗੋਦ ਦਾ ਨਿੱਘ ਲੈ ਰਹੇ ਹਾਂ, ਆਓ ਅਰਦਾਸ ਕਰੋ ਹਜ਼ੂਰ ਪਾਤਸ਼ਾਹ ਤਰਸ ਕਰਿਓ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦੇ ਕਰਕੇ ਆਪਣੀ ਪਾਵਨ ਜੀਵਨ ਗਾਥਾ ਕਹਿਣ ਸੁਣਨ ਦੀ ਸੋਝੀ ਸਮਰੱਥਾ ਦਿਓ। ਜਿਤਨੇ ਜੁੜ ਬੈਠੇ ਹਾਂ, ਆਓ ਪਿਆਰ ਸਾਹਿਤ ਸਾਹਿਬ ਜੀ ਦੀ ਆਸੀਸ ਲਓ ਅਤੇ ਉਚਾਰਨ ਕਰਦਿਆਂ ਆਖਣਾ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹੋ ਸੰਗ ਚੜ ਚਲਿਓ ਮਤੰਗ ਹੈ। ਸੋ ਸ਼ਾਹੋ ਸੰਗ ਚੜ, ਜਿੱਥੇ ਜਹਾਂਗੀਰ ਤੁਰਿਆ ਹੈ ਆਪਣੇ ਅਸਵਾਰਿਆਂ ਦੇ ਉੱਤੇ ਸਵਾਰ ਹੋਇਆ। ਸੋ ਨਾਲ ਮਤੰਗ ਹਾਥੀ ਦੇ ਉੱਤੇ ਜਿੱਥੇ ਬਾਦਸ਼ਾਹ ਜਹਾਂਗੀਰ ਤੁਰਿਆ, ਸੋ ਨਾਲ ਹੀ ਦੀਵਾਨ ਚੰਦੂ ਜਿਹੜਾ ਉਹ ਵੀ ਚੱਲ ਪਿਆ ਹੈ। ਡੇਰਾ ਕਰਤ ਚਲਤ ਪੁਨ ਪ੍ਰਾਤ। ਸੋ ਸਾਰਾ ਦਿਨ ਸਫ਼ਰ ਤੈਅ ਕਰਦੇ ਨੇ, ਸਹਿਜੇ ਸਹਿਜੇ ਚੱਲਦੇ ਜਾਂਦੇ ਨੇ, ਅਤੇ ਜਦੋਂ ਰਾਤ ਦਾ ਸਮਾਂ ਆਉਂਦਾ ਹੈ ਉਦੋਂ ਇੱਕ ਜਗ੍ਹਾ 'ਤੇ ਡੇਰਾ ਕਰਕੇ ਆਰਾਮ ਕਰਦੇ ਹਨ ਅਤੇ ਪੁਨः ਪ੍ਰਾਤଃ ਸਮੇਂ ਤੁਰ ਪੈਂਦੇ ਹਨ। ਕਬ ਹਜਰਤ ਗਜ ਪਰ ਚੜ ਚੱਲ ਹੈ। ਹੁਣ ਬਾਦਸ਼ਾਹ ਜਹਾਂਗੀਰ ਸਫ਼ਰ ਕਰਦਿਆਂ ਕਦੀ ਤੇ ਆਪਣੇ ਮਨ ਦੀ ਮੌਜ ਵਿੱਚ ਆ ਕੇ ਹਾਥੀ ਦੇ ਉੱਤੇ ਚੜ੍ਹ ਪੈਂਦਾ ਹੈ। ਕਬ ਤੁਰੰਗ ਪਰ ਉਰ ਹਰ ਖਾਤ। ਤੇ ਕਦੀ ਹਾਥੀ ਤੋਂ ਥੱਲੇ ਉਤਰ ਕੇ ਤੁਰੰਗ ਘੋੜੇ ਦੇ ਉੱਤੇ ਅਸਵਾਰੀ ਕਰਦਾ, ਬੜਾ ਖੁਸ਼ ਹੁੰਦਾ ਹੈ। ਕਬ ਹੂੰ ਹਜਰਤ ਗਜ ਪਰ ਚੜ ਚੱਲ ਹੈ। ਤੇ ਫਿਰ ਕਦੀ ਗਜ, ਫਿਰ ਕਦੀ ਹਾਥੀ ਦੇ ਉੱਤੇ ਪਰਤ ਕੇ ਚੜ ਜਾਂਦਾ ਹੈ। ਕਬ ਹੂੰ ਪਾਲਕੀ ਬੈਠਤ ਗਮਨਤ। ਕਦੀ ਜਦੋਂ ਮਨ ਦੇ ਵਿੱਚ ਆਉਂਦਾ ਹੈ ਕਿ ਹੁਣ ਹਾਥੀ ਘੋੜੇ ਦੀ ਸਵਾਰੀ ਲੰਬੇਰੀ ਨਹੀਂ ਹੋ ਸਕਦੀ, ਸੋ ਮਨ ਦੀ ਮੌਜ ਵਿੱਚ ਆ ਕੇ ਫਿਰ ਬਾਦਸ਼ਾਹ ਜਹਾਂਗੀਰ ਪਾਲਕੀ ਵਿੱਚ ਬਹਿ ਜਾਂਦਾ ਹੈ। ਸ਼ਮੂ ਅਨਕ ਉਮਰਾਵ ਪ੍ਰਿਆਤ। ਤੇ ਅਨੇਕਾਂ ਫੌਜਾਂ ਜਿਹੜੀਆਂ ਨੇ ਤੇ ਉਮਰਾਵ, ਕੁਝ ਛੋਟੇ ਵੱਡੇ ਮੰਤਰੀ ਵਜ਼ੀਰ ਜਿਹੜੇ ਹਨ ਉਹ ਵੀ ਨਾਲ ਨਾਲ ਚੱਲ ਰਹੇ ਹਨ। ਬਾਜੇ ਬਜੈ ਛੂਟੈ ਬੋ ਤੋਪੈ। ਤੇ ਬਹੁਤ ਵਾਜੇ ਵੱਜਦੇ ਨੇ, ਤੋਪਾਂ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਅਗਾਂਹ ਨਗਰਾਂ ਵਾਲੇ ਜਿਹੜੇ ਲੋਕ ਨੇ
ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇਧਰੋਂ ਬਾਦਸ਼ਾਹ ਜਹਾਂਗੀਰ ਲੰਘ ਰਿਹਾ ਹੈ। ਧੋ ਸਤੁ ਕਰਤ ਮਗ ਜਾਤ। ਸੋ ਇਸ ਤਰ੍ਹਾਂ ਨਗਾਰੇ ਵਜਾਉਂਦਿਆਂ ਹੋਇਆਂ, ਧੌਂਸੇ ਤੁੰਘਾਰਦਿਆਂ ਹੋਇਆਂ ਰਸਤੇ ਦੇ ਉੱਤੇ ਬੜੇ ਭਾਰੀ ਲਸ਼ਕਰ ਦੇ ਨਾਲ ਚੱਲ ਰਹੇ ਹਨ। ਮਗ ਉਲੰਘ ਸਤਰੂ ਦਰਵ ਤਟ ਆਏ। ਸੋ ਇਸ ਤਰ੍ਹਾਂ ਮਗ ਉਲੰਘ ਸਾਰਾ ਪੰਧ ਤੈਅ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਤੇ ਆਉਂਦੇ ਹਨ। ਤਰੀ ਤਰੀ ਪਰ ਹਵੈਗੇ ਪਰ। ਸੋ ਅੱਗੇ ਅੱਗੇ ਜਿਹੜੀਆਂ ਫੌਜਾਂ ਨੇ, ਪਹਿਲਾਂ ਉਹਨਾਂ ਫੌਜਾਂ ਦੇ ਵਿੱਚੋਂ ਕੁਝ ਫੌਜਾਂ ਜਿਹੜੀਆਂ ਨੇ ਉਹ ਪੁਲ ਦੇ ਰਾਹੀਂ ਪਾਰ ਹੁੰਦੀਆਂ ਨੇ, ਬਹੁਤਾ ਮਜ਼ਬੂਤ ਪੁਲ ਨਹੀਂ ਹੈ। ਕੁਝ ਫੌਜਾਂ ਜਿਹੜੀਆਂ ਦਰਿਆ ਦੇ ਵਿੱਚੋਂ ਘੋੜਿਆਂ ਤੇ ਬਹਿ ਕਰਕੇ ਨਿਕਲਦੀਆਂ, ਕੁਝ ਫੌਜਾਂ ਜਿਹੜੀਆਂ ਉਹ ਬੇੜੀਆਂ ਵਿੱਚ ਬਹਿ ਕਰਕੇ ਪਾਰ ਹੋਣ ਲੱਗਦੀਆਂ ਹਨ। ਗਨਨੋ ਕਾਹਿਤ ਲਸਕਰ ਇਕੱਠੀ। ਸੋ ਫਿਰ ਜਿਹੜਾ ਲਸ਼ਕਰ ਹੈ, ਬਹੁਤ ਜ਼ਿਆਦੀ ਜਿਹੜੀ ਫੌਜ ਹੈ, ਜਿਸ ਦੇ ਵਿੱਚ ਕੁਝ ਹਾਥੀ ਹਨ, ਜਿਸ ਦੇ ਵਿੱਚ ਤੋਪਾਂ ਹਨ, ਹੋਰ ਵੱਡਾ ਜੰਗੀ ਸਮਾਨ ਹੈ ਨਾਲ ਚੱਲਦਾ। ਸੋ ਡੋਲੇ ਹਨ ਬੇਗਮਾਂ ਦੇ, ਉਹਨਾਂ ਨੂੰ ਪਾਰ ਕਰਨ ਦੇ ਵਾਸਤੇ ਕਾਫੀ ਬੇੜੀਆਂ ਜਿਹੜੀਆਂ ਉਹਨਾਂ ਨੂੰ ਇਕੱਠੀਆਂ ਕੀਤਾ ਗਿਆ ਹੈ। ਉਹ ਕੇਵਟ ਮਿਲਦੈ ਉਤਾਰ। ਤੇ ਫਿਰ ਜਿੰਨੀਆਂ ਬੇੜੀਆਂ ਇਕੱਠੀਆਂ ਹੋਈਆਂ, ਉਹਨੇ ਕੇਵਟ ਭਾਵ ਉਹਨੇ ਮਲਾਹ ਜਿਹੜੇ ਇਕੱਠੇ ਹੋਏ ਨੇ, ਤੇ ਉਹਨਾਂ ਨੇ ਬਹੁਤ ਜ਼ਿਆਦਾ ਲਸ਼ਕਰ ਜਿਹੜਾ ਸੀ ਬੇੜੀਆਂ ਦੇ ਵਿੱਚ ਬਿਠਾ ਕਰਕੇ ਪਾਰਲੇ ਕਿਨਾਰੇ ਪਹੁੰਚਾ ਦਿੱਤਾ। ਸਨੇ ਸਨੇ ਵਿੱਚ ਦੇਸੀ ਦੁਆਬੇ। ਸੋ ਇਸ ਤਰ੍ਹਾਂ ਹੌਲੀ ਹੌਲੀ ਪੜਾਅ ਕਰਦਿਆਂ ਪਿੱਛੋਂ ਦਿੱਲੀ ਤੋਂ ਚੱਲਦੇ ਆਉਂਦੇ ਨੇ ਤੇ ਦੁਆਬਾ ਦੇਸ਼ ਜਿਹੜਾ ਇਹਦੇ ਵਿੱਚ ਪਹੁੰਚਦੇ ਹਨ। ਕਰਤ ਸੈਰ ਕੋ ਪੰਥ ਮਜਾਰ। ਸੋ ਸਤਲੁਜ ਦਰਿਆ ਪਾਰ ਕਰਕੇ ਦੁਆਬੇ ਵਿੱਚ ਪ੍ਰਵੇਸ਼ ਕਰਦੇ ਨੇ। ਫਿਰ ਸਾਰੇ ਆਸੇ ਪਾਸੇ ਦੇਖਦਾ ਬਾਦਸ਼ਾਹ ਜਹਾਂਗੀਰ, ਸੋਹਣਾ ਇਲਾਕਾ ਹੈ, ਸੈਰ ਕਰਦੇ ਆਉਂਦੇ ਹਨ। ਤੀਰ ਬਿਪਾਸਾ ਕੇ ਚਲ ਪਹੁੰਚਿਓ। ਹੁਣ ਅੱਗੇ ਬਿਆਸਾ ਦਰਿਆ ਆ ਗਿਆ। ਜਦੋਂ ਸਤਲੁਜ ਪਾਰ ਕਰ ਲਿਆ, ਦੁਆਬੇ ਦੇ ਵਿੱਚ ਪ੍ਰਵੇਸ਼ ਕਰਤਾ ਹੈ। ਦੁਆਬੇ ਦਾ ਅਗਲਾ ਦਰਿਆ ਜਿਹੜਾ ਬਿਆਸਾ ਹੈ। ਸੋ ਜਿਵੇਂ ਬਿਆਸਾ ਦਰਿਆ ਦਾ ਕਿਨਾਰਾ ਆਇਆ ਤਾਂ ਇਸ ਦਿਨ ਹੈ ਪਰ ਭਾ ਅਸਵਾਰ। ਤੇ ਹੁਣ ਉਸ ਵਕਤ ਬਾਦਸ਼ਾਹ ਜਹਾਂਗੀਰ ਜਿਹੜਾ ਹੈ ਹਾਏ ਅਪਾਰ ਭਾਵ ਕੇ ਘੋੜੇ ਦੇ ਉੱਤੇ ਅਸਵਾਰ ਹੈ। ਕਾਰਨ ਅਖੇਰ ਪੰਥ ਕੋ ਛੋਰਿਓ। ਸੋ ਇੱਕਦਮ ਨਾ ਮਨ ਦੇ ਵਿੱਚ ਖਿਆਲ ਬਣਿਆ ਵੀ ਬਹੁਤ ਸੋਹਣਾ ਇਲਾਕਾ ਹੈ, ਦਰਿਆ ਦਾ ਕਿਨਾਰਾ ਹੈ, ਹੱਲੇ ਪਾਰ ਹੁੰਦਿਆਂ ਫੌਜਾਂ ਨੂੰ ਵੀ ਸਮਾਂ ਲੱਗੇਗਾ। ਸੋ ਸ਼ਿਕਾਰ ਕਰਨ ਦੇ ਵਾਸਤੇ ਮਨ ਜਿਹੜਾ ਉਤਾਵਲਾ ਹੋ ਗਿਆ ਹੈ। ਉਮਰਾਵਣ ਕੁਛ ਲੈ ਕਰ ਸੰਗ। ਤੇ ਕੁਛ ਕੁ ਸਿਪਾਹੀ ਜਿਹੜੇ ਨੇ ਉਹ ਆਪਣੇ ਨਾਲ ਲੈ ਲਏ ਨੇ। ਬਾਕੀ ਸਾਰਾ ਲਸ਼ਕਰ ਜਿਹੜਾ ਉਹਨੂੰ ਹੁਕਮ ਕੀਤਾ ਤੁਸੀਂ ਪਾਰ ਹੋਵੋ ਉਨੀ ਦੇਰ। ਕੁਝ ਕੁ ਸਿਪਾਹੀ ਆਪਣੇ ਨਾਲ ਲੈ ਕੇ ਸ਼ਿਕਾਰ ਖੇਡਣ ਦਾ ਮਨ ਬਣਾਇਆ ਹੈ। ਹੋ ਜਦ ਫਿਰਤ ਕੂਲ ਸਲਤਾ ਕੇ। ਇਸ ਤਰ੍ਹਾਂ ਸਲਤਾ ਉਸ ਦਰਿਆ ਦੇ ਕਿਨਾਰੇ ਕਿਨਾਰੇ ਦੇ ਉੱਤੇ, ਕਿਉਂਕਿ ਅੱਜ ਵੀ ਜਦੋਂ ਦਰਿਆ ਦੇ ਕਿਨਾਰੇ ਦੇਖੋ ਤਾਂ ਬੰਨ ਕਾਫੀ ਚੌੜੇ ਹੁੰਦੇ ਨੇ, ਤਾਂ ਉਸ ਵਕਤ ਹੋਰ ਜ਼ਿਆਦਾ ਚੌੜੇ ਸੀ। ਸਮੇਂ ਦੇ ਹਿਸਾਬ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਵੱਢ ਕੇ ਆਪਣੇ ਵਿੱਚ ਸ਼ਾਮਲ ਕਰ ਲਿਆ, ਆਪਣੀਆਂ ਜ਼ਮੀਨਾਂ 'ਚ ਸ਼ਾਮਲ ਕਰ ਲਿਆ, ਕੁਝ ਦਰਿਆ ਨੇ ਢਾਹ ਲਾ ਦਿੱਤੀ। ਪਰ ਪਹਿਲਾਂ ਇਹ ਬੰਨ ਬਹੁਤ ਚੌੜੇ ਸਨ, ਇਹਨਾਂ ਦੇ ਉੱਤੇ ਆਮ ਸਫ਼ਰ ਕੀਤੇ ਜਾਂਦੇ ਸਨ। ਸੋ ਇਸ ਤਰ੍ਹਾਂ ਉਸ ਦਰਿਆ ਦੇ ਬੰਨ ਦੇ ਕਿਨਾਰੇ ਦੇ ਉੱਤੇ ਉੱਤੇ ਜੋ ਆਸੇ-ਪਾਸੇ ਜੰਗਲੀ ਇਲਾਕਾ ਹੈ, ਝਾੜ ਲੱਗੇ ਨੇ, ਉਹਨਾਂ ਦੇ ਵਿੱਚ ਵਿਚਰਨ ਲੱਗਾ ਹੈ, ਸ਼ਿਕਾਰ ਲੱਭਦਾ ਹੈ। ਨਿਕਸਿਓ ਕਾਰੀ ਪਿਸ਼ਟ ਕੁਰੰਗ। ਤੇ ਇੱਕਦਮ ਜਦੋਂ ਸ਼ਿਕਾਰ ਲੱਭ ਰਿਹਾ ਸੀ ਜਹਾਂਗੀਰ, ਤਾਂ ਇਹਦੇ ਸਾਹਮਣੇ ਤੋਂ ਇੱਕ ਕਾਲੀ ਪਿੱਠ ਵਾਲਾ ਹਿਰਨ ਜਿਹੜਾ ਇੱਕਦਮ ਦੌੜਿਆ ਹੈ। ਜਹਾਂਗੀਰ ਜਬ ਕਰਿਓ ਬਿਲੋਕਣ। ਜਦੋਂ ਬਾਦਸ਼ਾਹ ਜਹਾਂਗੀਰ ਨੇ ਦੇਖਿਆ ਕਿ ਹਿਰਨ ਨਿਕਲਿਆ, ਉਹ ਵੀ ਵੱਖਰੀ ਜੀ ਕਿਸਮ ਦਾ, ਕਿਉਂਕਿ ਬਹੁਤ ਘੱਟ ਹਿਰਨ ਜਿਨ੍ਹਾਂ ਦੀ ਕਾਲੀ ਪਿੱਠ ਹੋਵੇ, ਤਾਂ ਇਸ ਤਰ੍ਹਾਂ ਕਾਲੀ ਪਿੱਠ ਵਾਲਾ ਬੜਾ ਫੁਰਤੀਲਾ ਹਿਰਨ ਮੇਰੇ ਅੱਗੋਂ ਲੰਘ ਗਿਆ ਹੈ। ਅਪਰ ਬਰਜ ਕੀਏ ਤੇਜ ਤੁਰੰਗ। ਦੂਜਿਆਂ ਨੂੰ ਵਰਜ ਦਿੱਤਾ ਕਿ ਤੁਸੀਂ ਇਸ ਸ਼ਿਕਾਰ ਦੇ ਵਿੱਚ ਨਹੀਂ ਆਉਣਾ, ਇਹ ਮੇਰਾ ਸ਼ਿਕਾਰ ਹੈ, ਇਹਨੂੰ ਮੈਂ ਇਕੱਲਾ ਹੀ ਕਰਾਂਗਾ। ਇੰਨਾ ਕਹਿ ਕੇ ਕੀ ਇਹ ਤੇਜ ਤੁਰੰਗ ਆਪਣਾ ਘੋੜਾ ਜਿਹੜਾ ਸੀ ਉਹਨੂੰ ਅੱਡੀ ਮਾਰੀ ਤੇ ਤੇਜ਼ ਕਰ ਦਿੱਤਾ ਹੈ, ਹਿਰਨ ਦੇ ਮਗਰ ਦੌੜਾ ਦਿੱਤਾ। ਬਲੀ ਬੇਗ ਤੇ ਬਹਿਓ ਬਿਆਸਮ। ਤੇ ਉਹ ਜਿਹੜਾ ਘੋੜਾ ਬਲੀ ਬੇਗ ਤੇ, ਜਿਵੇਂ ਹਵਾ ਚੱਲਦੀ ਹੈ, ਬਹੁਤ ਤੇਜ਼ ਹਵਾ ਜਿਵੇਂ ਚੱਲੇ, ਹਵਾ ਨੂੰ ਗੰਢਾ ਮਾਰਦਾ ਘੋੜਾ ਗਿਆ,
ਤੇ ਜਾ ਕਰਕੇ ਉਸ ਹਿਰਨ ਦੇ ਐਨ ਕੋਲ ਪਹੁੰਚ ਗਿਆ ਹੈ, ਜਿੱਥੇ ਜਾ ਕੇ ਸ਼ਿਕਾਰ ਜਿਹੜਾ ਬੜਾ ਸੌਖਾ ਹੋ ਸਕੇ। ਮਿਲਤ ਜਾਤਿ ਪਾਛੇ ਹਿਤ ਭੰਗ। ਸੋ ਇਸ ਤਰ੍ਹਾਂ ਜਦੋਂ ਉਹਨੂੰ ਪਕੜਨ ਦੇ ਵਾਸਤੇ, ਹੁਣ ਇਹ ਨਹੀਂ ਕਿ ਹਿਰਨ ਦੇ ਕੋਲ ਪਹੁੰਚ ਗਿਆ ਤੇ ਹਿਰਨ ਰੁਕ ਗਿਆ ਹੋਵੇ, ਹਿਰਨ ਫਿਰ ਦੌੜਦਾ ਜਾ ਰਿਹਾ, ਥੋੜਾ ਜਿਹਾ ਫਾਸਲਾ ਵੱਧਦਾ ਜਾ ਰਿਹਾ। ਸੋ ਉਹਨੂੰ ਭੰਗ, ਉਹਨੂੰ ਸ਼ਿਕਾਰ ਕਰਨ ਵਾਸਤੇ, ਉਹਨੂੰ ਨਾਸ਼ ਕਰਨ ਵਾਸਤੇ ਰਫਤਾਰ ਪਕੜੀ ਹੋਈ ਹੈ। ਬਿਖਮ ਸਥਲ ਆਗੇ ਕੁਛ ਆਏ। ਸੋ ਅੱਗੇ ਨਾ ਕੁਝ ਬਿਖਮ ਸਥਲ ਆ ਗਿਆ, ਜਿਹਨੂੰ ਅਸੀਂ ਕਹਿ ਦਈਏ ਖੁਰਦਰੀ ਜੀ ਜਗ੍ਹਾ ਆ ਗਈ ਹੈ, ਥੋੜੀ ਉੱਚੀ ਨੀਵੀਂ ਜਗ੍ਹਾ ਆ ਗਈ ਹੈ। ਸੋ ਰਾਜੇ ਦਾ ਧਿਆਨ, ਜਹਾਂਗੀਰ ਦਾ ਧਿਆਨ ਸਿੱਧਾ ਹਿਰਨ ਦੇ ਵਿੱਚ ਹੈ, ਘੋੜੇ ਦਾ ਧਿਆਨ ਵੀ ਸਿੱਧਾ ਆਪਣੇ ਅਗਾਂਹ ਵੱਲ ਹੈ, ਆਪਣੇ ਲਕਸ਼ ਵੱਲ ਹੈ। ਸੋ ਜਦੋਂ ਥੋੜੀ ਜੀ ਉੱਚੀ ਨੀਵੀਂ ਜਗ੍ਹਾ ਦੇਖੀ ਤਾਂ ਬਾਜੀ ਕੀ ਨਸ ਤੀਰਕ ਛਾਲ। ਤੇ ਇੱਕਦਮ ਘੋੜੇ ਨੂੰ ਛਾਲ ਮਰਵਾਈ ਹੈ ਇਹਨੇ। ਜਦੋਂ ਇੱਕਦਮ ਉਸ ਘੋੜੇ ਨੇ ਦੀਰਘ ਛਾਲ, ਉੱਚੀ ਲੰਬੀ ਛਾਲ ਮਾਰੀ ਤਾਂ ਜਹਾਂਗੀਰ ਅਬਨੀ ਪਰ ਗਿਰ ਗਾ। ਜਿਵੇਂ ਕਹਿ ਦੋ ਬੈਲੈਂਸ ਨਾ ਬਣ ਸਕਿਆ, ਅੱਗੇ ਜਗ੍ਹਾ ਉੱਚੀ ਨੀਵੀਂ ਸੀ, ਘੋੜੇ ਦੇ ਪੈਰ ਬਿਲਕੁਲ ਬਰਾਬਰ ਨਾ ਟਿਕ ਸਕੇ, ਸੰਭਲ ਨਾ ਸਕਿਆ, ਤੇ ਜਹਾਂਗੀਰ ਬਾਦਸ਼ਾਹ ਘੋੜੇ ਤੋਂ ਅਵਨੀ ਪਰ ਜ਼ਮੀਨ ਤੇ ਡਿੱਗ ਪਿਆ। ਲਗੀ ਲਾਤ ਪਰ ਚੋਟ ਵਿਸਾਲ। ਜਦੋਂ ਇੰਨੀ ਤੇਜ਼ ਰਫ਼ਤਾਰ ਵਾਲਾ ਘੋੜਾ ਚੱਲੇ, ਉਹਦੇ ਤੋਂ ਥੱਲੇ ਡਿੱਗੇ, ਸੁਭਾਵਿਕ ਚੋਟ ਲੱਗਣੀ। ਸੋ ਇਸ ਤਰ੍ਹਾਂ ਬਹੁਤ ਜ਼ਿਆਦਾ ਵੱਡੀ ਚੋਟ ਜਿਹੜੀ ਇਹਦੀ ਲੱਤ ਦੇ ਉੱਤੇ ਲੱਗੀ ਹੈ। ਸੰਗਨ ਗਇਓ ਦੂਰ ਕੈ ਤਤ ਛਿਨ। ਹੁਣ ਜਿਹੜੇ ਸੰਗਨ, ਜਿਹੜੇ ਪਿੱਛੇ ਖੜੇ ਸਨ, ਜਿਨ੍ਹਾਂ ਨੂੰ ਕਿਹਾ ਸੀ ਤੁਸੀਂ ਸ਼ਿਕਾਰ ਦੇ ਵਿੱਚ ਅੱਗੇ ਨਹੀਂ ਆਉਣਾ, ਪਰ ਉਹ ਨਿਗਾਹ ਜ਼ਰੂਰ ਰੱਖਦੇ ਪਏ ਨੇ ਕਿ ਰਾਜਾ ਕਿੱਧਰ ਨੂੰ ਜਾ ਰਿਹਾ, ਤਾਂ ਕਿ ਜੰਗਲ ਦੇ ਵਿੱਚ ਕਿਤੇ ਗੁੰਮ ਨਾ ਹੋ ਜਾਵੇ। ਉਹਨਾਂ ਜਦੋਂ ਦੂਰ ਖੜਿਆਂ ਨੇ ਦੇਖਿਆ ਕਿ ਬਾਦਸ਼ਾਹ ਜਹਾਂਗੀਰ ਘੋੜੇ ਤੋਂ ਡਿੱਗ ਪਿਆ, ਉਹ ਦੌੜ ਕੇ ਆਏ ਹਨ ਤੇ ਆ ਕੇ ਸੰਭਾਲਦੇ ਹਨ। ਸਨਮਾਨਤ ਬੋਲੀ ਨ ਉਠਾਲ। ਉਹਨਾਂ ਨੇ ਬੜੇ ਪਿਆਰ ਦੇ ਨਾਲ, ਬੜਾ ਸਨਮਾਨ ਦੇ ਕੇ ਜ਼ਮੀਨ ਤੇ ਡਿੱਗੇ ਜਹਾਂਗੀਰ ਨੂੰ ਉਠਾਇਆ ਹੈ। ਲਿਆਏ ਪਾਲਕੀ ਬਿਖੈ ਸੋ ਪਾਇਬ। ਹੁਣ ਇਸ ਤਰ੍ਹਾਂ ਦੀ ਹਾਲਤ ਹੈ ਕਿ ਤੁਰਿਆ ਨਹੀਂ ਜਾ ਰਿਹਾ। ਉਹਨਾਂ ਸੰਗੀਆਂ ਨੇ ਫਟਾਫਟ ਪਾਲਕੀ ਮੰਗਵਾਈ ਹੈ ਤੇ ਉਸ ਪਾਲਕੀ ਦੇ ਵਿੱਚ ਬਾਦਸ਼ਾਹ ਜਹਾਂਗੀਰ ਨੂੰ ਲਿਟਾ ਲਿਆ ਹੈ। ਸਨੇ ਸਨੇ ਗਮਨ ਤਿਸ ਕਾਲ। ਤੇ ਹੌਲੀ ਹੌਲੀ ਫਿਰ ਅਗਾਂਹ ਵਾਪਸ ਕਿਨਾਰੇ ਵੱਲ ਨੂੰ ਆਉਣ ਲੱਗੇ ਨੇ। ਸ਼ਿਕਾਰ ਕਰਦਿਆਂ ਦੂਰ ਨਿਕਲਿਆ ਸੀ, ਹੁਣ ਜਿੱਥੇ ਸਾਰਾ ਲਸ਼ਕਰ ਜਿਹੜਾ ਇਕੱਠਾ ਹੈ, ਜਿੱਥੋਂ ਦਰਿਆ ਨੂੰ ਪਾਰ ਕਰਨਾ, ਸੋ ਸਨੇ ਸਨੇ ਹੌਲੀ ਹੌਲੀ ਉੱਥੇ ਆਉਂਦੇ ਹਨ। ਹਾਹਾਕਾਰ ਕਰੈ ਸਭ ਲਸਕਰ। ਸਾਰਾ ਲਸ਼ਕਰ ਜਿਹੜਾ ਹੈ ਉਹ ਹਾਹਾਕਾਰ ਕਰਨ ਲੱਗ ਪਿਆ ਵੀ ਇਹ ਕੀ ਹੋ ਗਿਆ, ਸਾਡਾ ਬਾਦਸ਼ਾਹ ਜਿਹੜਾ ਘੋੜੇ ਤੋਂ ਡਿੱਗ ਪਿਆ, ਬਾਦਸ਼ਾਹ ਨੂੰ ਚੋਟ ਲੱਗ ਗਈ। ਸੋ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਚਿੰਤਾ ਵਧੀ, ਹਾਹਾਕਾਰ ਮਚ ਗਈ ਹੈ। ਹਜ਼ਰਤ ਗਿਰਿਓ ਸਹਾਇ ਖੁਦਾਏ। ਅਰਦਾਸਾਂ ਕਰਦੇ ਨੇ, ਖੁਦਾ ਸਹਾਇ ਹੋਵੇ, ਖੁਦਾ ਭਲੀ ਕਰੇ, ਖੁਦਾ ਕਾਇਆ ਦੀ ਅਰੋਗਤਾ ਦਵੇ। ਇੱਕ ਦੂਜੇ ਨੂੰ ਦੱਸਦੇ, ਤੈਨੂੰ ਪਤਾ ਹੈ ਹਜ਼ਰਤ ਘੋੜੇ ਤੋਂ ਡਿੱਗ ਪਿਆ, ਦੁਆ ਕਰੋ ਉਹ ਤੰਦਰੁਸਤ ਹੋ ਜਾਵੇ ਤਾਂ ਕਿ ਆਪਾਂ ਅਗਲਾ ਸਫ਼ਰ ਕਰ ਸਕੀਏ। ਚੰਦੂ ਨਿਕਟ ਗਇਓ ਕਰ ਬੰਦਨ। ਹੁਣ ਦੀਵਾਨ ਚੰਦੂ ਕੋਲ ਗਿਆ, ਆਪਣਾ ਫਰਜ਼ ਸਮਝ ਕੇ ਜਾ ਕਰਕੇ ਜਹਾਂਗੀਰ ਨੂੰ ਨਮਸਕਾਰ ਕਰਦਾ ਹੈ, ਸਿਰ ਝੁਕਾਉਂਦਾ ਹੈ। ਬਹੁਤ ਦਰਦ ਕੀ ਬਾਤ ਜਨਾਏ। ਤੇ ਅੱਗੋਂ ਜਹਾਂਗੀਰ ਨੇ ਆਪਣੀ ਗੱਲ ਜਨਾਈ ਹੈ ਕਿ ਮੈਨੂੰ ਦਰਦ ਬਹੁਤ ਹੈ। ਫਿਰ ਬਹੁਤ ਦਰਦ ਕੀ ਬਾਤ ਜਨਾਏ ਭਾਵ, ਜਿਵੇਂ ਆਪਾਂ ਕਈ ਵਾਰ ਕਿਸੇ ਦੇ ਕੋਲ ਜਾਈਏ, ਕਿਸੇ ਨੂੰ ਕੋਈ ਸੱਟ ਫਿੱਟ ਲੱਗਿਆ, ਆਪਾਂ ਉਹਨੂੰ ਜਾ ਕੇ ਉਹਦਾ ਪਤਾ ਲੈਂਦੇ ਹਾਂ। ਜਿਵੇਂ ਇੰਜ ਪਤਾ ਲੈਂਦਿਆਂ ਹੋਇਆਂ ਦੀਵਾਨ ਚੰਦੂ ਪੁੱਛਦਾ ਹੈ ਕਿ ਬਾਦਸ਼ਾਹ ਸਲਾਮਤ ਕੀ ਹੋਇਆ, ਕਾਫੀ ਚੋਟ ਲੱਗੀ ਲੱਗਦੀ ਹੈ। ਤੇ ਅੱਗੋਂ ਫਿਰ ਉਹ ਦੱਸਦਾ ਹੈ ਕਿ ਮੇਰੇ ਦਰਦ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਹੈ। ਸਾਹੋ ਦ੍ਰਿਸ਼ਟ ਇਸ ਕੀ ਦਿਸ ਆਈ। ਤੇ ਜਦੋਂ ਬਾਦਸ਼ਾਹ ਦੀ ਦ੍ਰਿਸ਼ਟੀ ਜਿਹੜੀ ਹੈ ਦੀਵਾਨ ਚੰਦੂ ਦੇ ਉੱਤੇ ਪਈ ਹੈ, ਇਹ ਅੱਗੋਂ ਹਮਦਰਦੀ ਪ੍ਰਗਟ ਕਰਦਾ ਹੈ। ਇੱਕ ਦੂਜੇ ਦੇ ਨਾਲ ਵਾਰਤਾਲਾਪ ਸ਼ੁਰੂ ਕਰਦੇ ਹਨ, ਦੁੱਖ ਸਾਂਝਾ ਕਰਦੇ ਹਨ। ਕਹਿਓ ਬਾਕ ਕਿਛ ਕਰੋ ਉਪਾਏ। ਬਾਦਸ਼ਾਹ ਕਹਿਣ ਲੱਗਾ ਕਿ ਦੀਵਾਨ ਚੰਦੂ ਇੰਜ ਕਰ, ਚਲੋ ਸੱਟ ਤਾਂ ਜਿਹੜੀ ਲੱਗਣੀ ਸੀ ਸੋ ਲੱਗੀ ਹੈ, ਪਰ ਇੱਕ ਉਪਾਅ ਕਰ, ਇੱਕ ਯਤਨ ਕਰ। ਉਹ ਕੀ ਹੈ? ਇਸ ਰੋਗ ਨੂੰ ਮਿਟਾਉਣ ਵਾਸਤੇ ਕੋਈ ਵੈਦ ਆਦਿਕ ਦਾ ਨਹੀਂ, ਇੱਕ ਹੋਰ ਉਪਾਅ ਕਰਨਾ ਕਰ। ਜਨਮ ਕਿਤਾਬ ਨਜੂਮੀ ਸੋਧ ਹੈ। ਕਿ ਜਿਹੜਾ ਨਜ਼ੂਮੀ ਹੈ ਨਾ, ਜਿਹੜਾ ਜਨਮ ਦੀ ਕਿਤਾਬ, ਜਨਮ ਦੀ ਕਿਤਾਬ ਦੇ ਅਰਥ ਹੁੰਦੇ ਜਿਵੇਂ ਇੱਕ ਜੋਤਸ਼ੀ, ਉਹ ਦੱਸਦਾ ਵੀ ਤੁਹਾਡੇ ਪਿਛਲੇ ਜਨਮ 'ਚ ਆ ਸੀ,
ਹੁਣ ਜੋ ਤੁਸੀਂ ਭੋਗਦੇ ਪਏ ਹੋ ਉਹਦਾ ਆਹ ਕਰਮ ਫਲ ਹੈ। ਸੋ ਗੁਰਮਤਿ ਦੇ ਵਿੱਚ ਤਾਂ ਇਹਦਾ ਕੋਈ ਬਹੁਤਾ ਤਾਲੁਕਾਤ ਨਹੀਂ ਹੈ, ਪਰ ਬਾਦਸ਼ਾਹ ਇੱਕ ਇੱਕ ਕਦਮ ਜਿਹੜੇ ਸੀ ਉਹ ਜੋਤਸ਼ੀਆਂ ਨੂੰ ਪੁੱਛ ਕੇ ਧਰਿਆ ਕਰਦੇ ਸੀ। ਕਹਿੰਦਾ ਜਨਮ ਕਿਤਾਬ ਜਿਸ ਤੋਂ ਜੋਤਿਸ਼ ਸਾਧਿਆ ਜਾਂਦਾ ਹੈ, ਮੇਰੀ ਜੀਵਨ ਕੁੰਡਲੀ, ਜਿਹਨੂੰ ਕਹਿ ਦੋ ਜਨਮ ਦੀ ਕਿਤਾਬ, ਮਤਲਬ ਮੇਰੀ ਜਨਮ ਕੁੰਡਲੀ ਜਿਹੜੀ ਹੈ ਉਹ ਲਿਆਉਣਾ ਕਰੋ। ਕਿਸ ਕਾਰਨ ਤੇ ਮੈਂ ਦੁੱਖ ਪਾਏ, ਤਾਂ ਕਿ ਮੈਨੂੰ ਪਤਾ ਲੱਗੇ ਵੀ ਮੈਨੂੰ ਇੰਨਾ ਵੱਡਾ ਦੁੱਖ ਜਿਹੜਾ ਉਹ ਕਿਉਂ ਆਇਆ। ਕਿਉਂਕਿ ਪੁਰਾਣੇ ਜਿਹੜੇ ਬਾਦਸ਼ਾਹ ਹੁੰਦੇ ਸੀ ਉਹਨਾਂ ਦਾ ਮਨ ਜਾਂ ਮੱਤ ਇਸ ਤਰ੍ਹਾਂ ਦੀ ਹੁੰਦੀ ਸੀ, ਰਾਤ ਨੂੰ ਸੁਪਨਾ ਆਉਣਾ, ਸਵੇਰੇ ਜੋਤਸ਼ੀ ਇਕੱਠੇ ਕਰ ਲੈਣੇ ਆ ਵੀ ਮੈਨੂੰ ਰਾਤੀ ਸੁਪਨਾ ਆਇਆ, ਦੱਸੋ ਇਹਦਾ ਫਲ ਕੀ ਹੈ, ਇਹ ਸੁਪਨਾ ਮੈਨੂੰ ਕਿਉਂ ਆਇਆ, ਮੇਰੇ ਪਿਛਲੇ ਜਨਮ ਦਾ ਇਹਦੇ ਨਾਲ ਕੀ ਤਾਲੁਕਾਤ ਹੈ। ਸੋ ਇਸ ਤਰ੍ਹਾਂ ਬਹੁਤ ਜ਼ਿਆਦਾ ਜੋਤਿਸ਼ ਦੇ ਵਹਿਮ ਵਿੱਚ ਵਹਿੰਦੇ ਸਨ। ਥੋੜ੍ਹਾ ਜਿਹਾ ਕਿਤੇ ਭੋਜਨ ਨਾ ਪਚੇ ਜੋਤਸ਼ੀ ਸੱਦ ਲੈਂਦੇ ਸੀ, ਵੈਦ ਨਹੀਂ ਸੀ ਸੱਦਦੇ, ਜੋਤਸ਼ੀ ਸੱਦਦੇ ਸੀ ਵੀ ਮੈਂ ਭੋਜਨ ਖਾਧਾ, ਮੈਨੂੰ ਪਚਿਆ ਕਿਉਂ ਨਹੀਂ, ਦੱਸ ਮੇਰਾ ਕੀ ਕਰਮ ਹੈ। ਸੋ ਇਸ ਤਰ੍ਹਾਂ ਕਹਿੰਦਾ ਹੈ ਵੀ ਮੈਨੂੰ ਇੰਨੀ ਵੱਡੀ ਸੱਟ ਕਿਉਂ ਲੱਗੀ ਹੈ, ਇਹਦੇ ਮਗਰ ਮੇਰਾ ਕੀ ਕਰਮ ਹੈ, ਕਿਉਂ ਮੈਨੂੰ ਇਹ ਦੁੱਖ ਆਇਆ ਹੈ। ਅਵਸਰ ਲਹਿਓ ਦੁਸ਼ਟ ਨੇ ਭਾਖਿਓ, ਹੁਣ ਦੁਸ਼ਟ ਦੀਵਾਨ ਚੰਦੂ ਨੇ ਮੌਕਾ ਵੇਖਿਆ ਵੀ ਹੁਣ ਮੌਕਾ ਹੈ, ਹੁਣ ਜਿਵੇਂ ਇਹਨੂੰ ਕਹਿ ਦੇਵਾਂਗਾ ਇਹਨੇ ਮੰਨ ਜਾਣਾ। ਸੋ ਦੀਵਾਨ ਚੰਦੂ ਦੁਸ਼ਟ ਕਹਿਣ ਲੱਗਾ ਹੈ, ਹਜ਼ਰਤ ਕਹਿਬ ਉਚਿਤ ਨ ਬਾਤ, ਕਿ ਬਾਦਸ਼ਾਹ ਜੀ ਤੁਹਾਨੂੰ ਦੱਸਾਂ ਪਰ ਗੱਲ ਥੋੜ੍ਹੀ ਕਹਿਣੀ ਫੱਬਦੀ ਨਹੀਂ ਹੈ। ਜਿਵੇਂ ਆਪਾਂ ਕਈ ਵਾਰ ਕਿਸੇ ਨੂੰ ਗੱਲ ਕਹੀਏ ਤੇ ਨਾਲ ਆਪਾਂ ਇਹ ਵੀ ਕਹਿ ਦਿੰਦੇ ਹੁੰਦੇ ਭਾਈ ਗੁੱਸਾ ਨਾ ਕਰੀ, ਤੇ ਨਾਲ ਗੱਲ ਵੀ ਐਡੀ ਵੱਡੀ ਕਹਿ ਦਿੰਦੇ ਆ ਕਿ ਅਗਲਾ ਗੁੱਸਾ ਕੀਤੇ ਬਿਨਾਂ ਰਹਿ ਵੀ ਨਹੀਂ ਸਕਦਾ ਹੁੰਦਾ। ਸੋ ਕਹਿੰਦਾ ਹੈ ਕਿ ਬਾਦਸ਼ਾਹ ਜੀ ਕਹਿਣੀ ਉਚਿਤ ਤਾਂ ਨਹੀਂ ਹੈ, ਫੱਬਦੀ ਤਾਂ ਨਹੀਂ ਗੱਲ ਕਹਿਣੀ, ਪਰ ਮੈਨੂੰ ਕਹਿਣੀ ਪਵੇਗੀ ਇਹ ਗੱਲ ਇਸ ਤਰ੍ਹਾਂ ਹੋਈ ਹੈ। ਕਹੋ ਕਹਾ ਨਿਸ ਤਸ ਕਰ ਲਾਗੇ, ਕਿ ਪਤਾ ਨਹੀਂ ਰਾਤ ਜਦੋਂ ਆਪਾਂ ਪੜਾਅ ਕੀਤਾ ਨਾ ਇਸ ਇਲਾਕੇ ਦੇ ਵਿੱਚ, ਦੁਆਬੇ ਦੇ ਵਿੱਚ, ਤੇ ਆਪਣੇ ਪੜਾਅ ਦੇ ਉੱਤੇ ਆ ਕਰਕੇ ਚੋਰਾਂ ਨੇ ਕੋਈ ਹਮਲਾ ਕੀਤਾ, ਕਹਿ ਲਓ ਜਿਵੇਂ ਚੋਰਾਂ ਨੇ ਮਾਰ ਕਰ ਦਿੱਤੀ, ਚੋਰ ਜਿਹੜੇ ਸਨ ਉਹ ਸਾਨੂੰ ਲੱਗ ਗਏ ਹਨ। ਗਈ ਕਿਤਾਬ ਪਈ ਸੁਧ ਪ੍ਰਾਤ, ਤੇ ਬਾਦਸ਼ਾਹ ਜੀ ਜਿਹੜੀ ਤੁਹਾਡੀ ਜਨਮ ਦੀ ਕਿਤਾਬ ਸੀ ਨਾ ਉਹ ਚੋਰੀ ਹੋ ਗਈ ਕੱਲ, ਤੇ ਸਾਨੂੰ ਤੇ ਆਪ ਨਹੀਂ ਪਤਾ ਲੱਗਾ। ਭਈ ਸੁਧ ਪ੍ਰਾਤ, ਜਦੋਂ ਸਵੇਰ ਹੋਈ, ਸਵੇਰ ਹੁੰਦਿਆਂ ਰੋਜ਼ਾਨਾ ਜਿਵੇਂ ਤੁਹਾਡੀ ਜਨਮ ਦੀ ਕਿਤਾਬ ਪੜ੍ਹੀ ਜਾਂਦੀ ਸੀ ਵੀ ਅੱਜ ਦਾ ਦਿਨ ਬਾਦਸ਼ਾਹ ਲਈ ਕਿਸ ਤਰ੍ਹਾਂ ਦਾ ਚੜ੍ਹਿਆ। ਸੋ ਜਦੋਂ ਸਵੇਰੇ ਪੜ੍ਹਨ ਲੱਗੇ ਤੇ ਕਿਤਾਬ ਜਿਹੜੀ ਸਾਨੂੰ ਮਿਲੀ ਹੀ ਨਹੀਂ ਹੈ। ਅਪਰ ਦਰਬ ਸਾਮਗਰੀ ਕੇ ਤਕ, ਤੇ ਚੋਰਾਂ ਨੇ ਕੱਲੀ ਕਿਤਾਬ ਹੀ ਨਹੀਂ ਚੁੱਕੀ, ਹੋਰ ਵੀ ਬਹੁਤ ਧਨ ਤੇ ਕਾਫੀ ਸਮੱਗਰੀ, ਰਾਸ਼ਨ, ਗਹਿਣੇ ਆਦਿਕ ਜਿਹੜੇ ਸਨ ਉਹ ਵੀ ਚੁੱਕ ਕੇ ਲੈ ਗਏ ਹਨ। ਭਾ ਨੁਕਸਾਨ ਆਜ ਕੀ ਰਾਤ, ਤੇ ਬਾਦਸ਼ਾਹ ਜੀ ਆਜ ਕੀ ਰਾਤ, ਭਾਵ ਜਿਹੜੀ ਰਾਤ ਲੰਘੀ ਹੈ ਨਾ ਅੱਜ ਆਪਣੀ, ਇਹਦੇ 'ਚ ਆਪਣਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਗਿਆ ਹੈ। ਬਹੁਤ ਚੋਰ ਇਸ ਦੇਸ ਪਏ ਅਬ, ਇਹ ਜਿਹੜਾ ਦੁਆਬਾ ਦੇਸ਼ ਹੈ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਚੋਰ ਵੱਸਦੇ ਹਨ। ਕਿਤ ਕੋ ਗਏ ਨਾ ਜਾਣੇ ਜਾਤ, ਤੇ ਕਿੱਧਰ ਨੂੰ ਚਲੇ ਗਏ ਨੇ ਰਾਤ ਚੋਰੀ ਕਰਕੇ, ਨਾ ਉਹਨਾਂ ਦੀ ਕੋਈ ਪੈੜ ਦਾ ਨਿਸ਼ਾਨ ਲੱਭਦਾ ਪਿਆ, ਕਿਉਂਕਿ ਪੁਰਾਣੇ ਸਮਿਆਂ 'ਚ ਚੋਰਾਂ ਦੀ ਪੈੜ ਲੱਭੀ ਜਾਂਦੀ ਸੀ। ਸੋ ਬਾਦਸ਼ਾਹ ਨਾ ਤਾਂ ਉਹਨਾਂ ਦੀ ਕੋਈ ਪੈੜ ਦਾ ਨਿਸ਼ਾਨ ਲੱਭਦਾ, ਨਾ ਉਹ ਕੋਈ ਸਬੂਤ ਦੇ ਕੇ ਗਏ, ਨਾ ਉਹਨਾਂ ਦਾ ਕੋਈ ਚਿਹਰਾ ਦਿਸਿਆ ਕਿ ਅਸੀਂ ਉਹਨਾਂ ਦੀ ਕੋਈ ਪਛਾਣ ਕਰਵਾ ਸਕੀਏ। ਸੋ ਕਿੱਧਰ ਚਲੇ ਗਏ ਇੰਨਾ ਸਮਾਨ ਲੈ ਕੇ, ਕੁਝ ਪਤਾ ਨਹੀਂ ਲੱਗ ਰਿਹਾ। ਸੁਨ ਹਜਰਤ ਮਤ ਵਿਸਮਤ ਅਤਸੈ, ਬਾਦਸ਼ਾਹ ਸੁਣ ਕਰਕੇ ਇੱਕਦਮ ਹੈਰਾਨ ਹੋ ਗਿਆ, ਵਿਸਮਾਦ ਮਤ ਜਿਹੜੀ ਸੀ ਉਹ ਦੌੜ ਭੌਰ ਹੋ ਗਈ ਹੈ। ਮੋਹੇ ਰਾਜ ਕਿਤ ਚੋਰ ਬਸੰਤ, ਕਿ ਚੰਦੂ ਤੂੰ ਕੀ ਕਹਿ ਰਿਹਾ, ਮੇਰਾ ਰਾਜ ਹੋਵੇ ਇਸ ਮੁਲਕ ਦੇ ਵਿੱਚ ਤੇ ਮੇਰੇ ਰਾਜ ਦੇ ਵਿੱਚ ਚੋਰ ਰਹਿੰਦੇ ਹੋਣ, ਇਹਦੇ ਨਾਲ ਤੇ ਮੇਰੀ ਬਹੁਤ ਵੱਡੀ ਬੇਇੱਜ਼ਤੀ ਹੈ। ਤੂੰ ਕਹਿ ਰਿਹਾ ਚੋਰਾਂ ਨੇ ਚੋਰੀ ਕਰ ਲਈ, ਉਹ ਵੀ ਮੇਰੀ ਹੀ ਚੋਰੀ ਕਰ ਲਈ, ਮੇਰਾ ਇੰਨਾ ਸੋਹਣਾ ਰਾਜ ਹੋਵੇ, ਇੰਨਾ ਸੋਹਣਾ ਮੈਂ ਪ੍ਰਬੰਧ ਕਰਦਾ ਹੋਵਾਂ, ਇਹਦੇ 'ਚ ਚੋਰ ਵਸਦੇ ਹੋਣ। ਤਰਾਸੋ ਨ ਮਾਨਹਿ ਮੇਰੋ ਚਿਤ ਮਹਿ, ਤੇ ਫਿਰ ਉਹ ਚੋਰ ਮੇਰਾ ਵੀ ਡਰ ਨਹੀਂ ਮੰਨਦੇ। ਲੋਕਾਂ ਦੀ ਗੱਲ ਛੱਡੋ, ਮੈਂ ਤਾਂ ਬਾਦਸ਼ਾਹ ਹਾਂ ਇਸ ਮੁਲਕ ਦਾ, ਤੇ ਉਹ ਮਨ ਵਿੱਚ ਮੇਰਾ ਵੀ ਭੈ ਨਹੀਂ ਖਾਂਦੇ ਹਨ। ਮਮ ਡੇਰੇ ਕੋ ਆਏ ਲਗੰਤ, ਕਿ ਇੰਨੇ ਬੇਖੌਫ ਚੋਰ ਕਿ ਮੇਰੇ ਹੀ ਡੇਰੇ 'ਚ ਆ ਕਰਕੇ ਸੰਨ ਲਾ ਦਿੱਤੀ, ਮੇਰਾ ਹੀ ਸਮਾਨ ਚੁੱਕ ਕੇ ਲੈ ਗਏ ਹਨ। ਲਭਪੁਰ ਕੋ ਸੂਬਾ ਨਹਿ ਤਰਾਸਤ, ਤੇ ਇਹ ਜਿਹੜਾ ਇਲਾਕਾ ਹੈ ਇਹ ਲਾਹੌਰ ਦੇ ਸੂਬੇ ਦੇ ਅੰਡਰ ਆਉਂਦਾ ਹੈ। ਤੇ ਚੰਦੂ ਨੂੰ ਪੁੱਛਦਾ ਹੈ ਜਹਾਂਗੀਰ, ਕਹਿੰਦਾ ਜਿਹੜਾ ਲਾਹੌਰ ਦਾ ਸੂਬੇਦਾਰ ਹੈ
ਕਿ ਉਹਦੀ ਇਸ ਇਲਾਕੇ ਦੇ ਵਿੱਚ ਕੋਈ ਉਹਦਾ ਡਰ ਭੈ ਨਹੀਂ। ਚਲੋ ਮੈਂ ਤੇ ਦਿੱਲੀ ਵੱਸਦਾ, ਲਾਹੌਰ ਦਾ ਸੂਬੇਦਾਰ, ਉਹਦਾ ਇਹ ਇਲਾਕਾ ਹੈ, ਉਹ ਕੈਸਾ ਪ੍ਰਬੰਧ ਕਰਕੇ ਰੱਖਦਾ ਹੈ ਵੀ ਇੱਥੇ ਚੋਰੀਆਂ ਹੁੰਦੀਆਂ ਪਈਆਂ ਹਨ। ਨਰ ਖੋਟਨ ਕੋ ਨਹੀਂ ਗਹੰਤ, ਕਿ ਇਸ ਤਰ੍ਹਾਂ ਦਾ ਪ੍ਰਬੰਧ ਹੈ ਉਹਦਾ ਵੀ ਖੋਟੇ ਮਨੁੱਖ, ਚੋਰ ਲੋਕ, ਠੱਗ ਲੋਕ ਇਸ ਇਲਾਕੇ 'ਚ ਰਹਿੰਦੇ ਹੋਣ ਤੇ ਲਾਹੌਰ ਦਾ ਬਾਦਸ਼ਾਹ ਹਾਲੇ ਤੱਕ ਉਹਨਾਂ ਨੂੰ ਪਕੜ ਨਾ ਸਕਿਆ ਹੋਵੇ। ਜਿਉਂ ਕਿਉਂ ਕਰ ਤਸ ਕਰ ਕੋ ਸਾਬਤ, ਜਿਵੇਂ ਕਿਵੇਂ ਕਰੋ, ਜਿੰਨੀ ਜਲਦੀ ਹੋ ਸਕੇ ਜਿਹੜੇ ਚੋਰ ਤਸਕਰ ਨੇ ਉਹਨਾਂ ਨੂੰ ਸਾਬਤ ਭਾਵ ਕਿ ਉਹਨਾਂ ਨੂੰ ਪੇਸ਼ ਕਰੋ, ਉਹਨਾਂ ਨੂੰ ਫੜਨਾ ਕਰੋ। ਗਹਿ ਕਰ ਦੇਹੋ ਸਜਾਏ ਅਤੀ ਅੰਤ, ਤੇ ਉਹਨਾਂ ਨੂੰ ਪਕੜ ਕੇ ਬਹੁਤ ਭਾਰੀ ਸਜ਼ਾ ਦਵੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਹਿਆ ਨਾ ਪੈ ਸਕੇ। ਹਾਥੀ ਬੰਦ ਚੰਦੂ ਕਹਿ ਨਿੰਦਕ, ਹੁਣ ਨਿੰਦਕ ਚੰਦੂ ਮੌਕਾ ਜਿਹੜਾ ਭਾਲਦਾ ਸੀ, ਗੱਲ ਸ਼ੁਰੂ ਕਰ ਦਿੱਤੀ। ਉਸ ਗੱਲ ਵਿੱਚ ਬਾਦਸ਼ਾਹ ਥੋੜਾ ਜਿਹਾ ਹਾਮੀ ਭਰਨ ਲੱਗ ਗਿਆ। ਨਿੰਦਕ ਚੰਦੂ ਗੱਲ ਨੂੰ ਵਧਾਉਂਦਿਆ ਫਿਰ ਕਹਿਣ ਲੱਗਾ, ਇੱਕ ਅਰਜਨ ਖਤਰੀ ਲਖੀ ਅੰਤ, ਕਿ ਬਾਦਸ਼ਾਹ ਜਹਾਂਗੀਰ ਚੋਰ ਦਾ ਤਾਂ ਪਤਾ ਵੀ ਲੱਗ ਗਿਆ ਥੋੜਾ ਜਿਹਾ। ਭਾਵ ਕੀ ਹੈ ਕਿ ਜਿਹੜੇ ਚੋਰਾਂ ਨੇ ਚੋਰੀ ਕੀਤੀ ਉਹ ਕਿਹਦੇ ਹੁਕਮ 'ਚ ਚੱਲਦੇ ਨੇ? ਉਹ ਹੁਕਮ ਜੀ ਦਾ ਵਰਤਦਾ ਪਿਆ ਇੱਕ ਅਰਜਨ ਨਾਮੀ ਹੈ। ਭਾਵ ਉਹ ਗੁਰੂ ਸ਼ਬਦ ਨਹੀਂ ਵਰਤਦਾ, ਨਾ ਉਹਦੀ ਜ਼ੁਬਾਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰੂ ਕਹੇਗੀ ਕਦੀ। ਇਸ ਕਰਕੇ ਉਹ ਸਿੱਧਾ ਸ਼ਬਦ ਵਰਤਦਾ ਹੈ, ਇੱਕ ਅਰਜਨ ਨਾਮੀ ਹੈ, ਉਹ ਇਸ ਧਰਤੀ ਦੇ ਉੱਤੇ ਵਸਦਾ ਹੈ। ਕਹਿ ਸੋ ਨਾਨਕ ਗਾਦੀ ਪਰਮੈ, ਤੇ ਉਹ ਆਪਣੇ ਆਪ ਨੂੰ ਇੰਜ ਕਹਿੰਦਾ ਹੈ ਤੇ ਸੁਣਾਉਂਦਾ ਹੈ ਕਿ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਮੈਂ ਬਿਰਾਜਮਾਨ ਹਾਂ, ਮੈਂ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹਾਂ। ਨਹ ਕਿਸ ਹੂੰ ਤੇ ਚਿਤ ਡਰ ਪੰਤ, ਇਸ ਕਰਕੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋਣ ਕਰਕੇ ਉਹ ਕਿਸੇ ਤੋਂ ਵੀ ਆਪਣੇ ਚਿੱਤ ਦੇ ਵਿੱਚ ਭੈ ਨਹੀਂ ਖਾਂਦੇ। ਉਹ ਕਿਸੇ ਦਾ ਵੀ ਡਰ ਭਉ ਖੌਫ ਆਪਣੇ ਮਨ 'ਚ ਨਹੀਂ ਰੱਖਦੇ। ਸੋ ਰਾਖਤ ਹੈ ਤਸ ਕਰ ਕੋ ਢਿਗ, ਤੇ ਉਹ ਆਪਣੇ ਕੋਲ ਬਹੁਤ ਜ਼ਿਆਦਾ ਚੋਰ ਰੱਖਦੇ ਨੇ, ਕਿਉਂਕਿ ਜਦੋਂ ਉਹਨਾਂ ਨੂੰ ਡਰ ਹੀ ਕਿਸੇ ਦਾ ਨਹੀਂ, ਉਹ ਆਪਣੇ ਆਪ ਦੇ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋਣ ਕਰਕੇ ਬਹੁਤ ਹੰਕਾਰੀ ਹਨ। ਸੋ ਇਸ ਕਰਕੇ ਆਪਣੇ ਕੋਲ ਸ਼ਰੇਆਮ ਉਹ ਚੋਰ ਰੱਖਦੇ ਹਨ। ਜਹ ਕਹਿ ਤੇ ਧਨ ਕੋ ਚੁਰਵੰਤ, ਤੇ ਉਹਦੇ ਰੱਖੇ ਹੋਏ ਚੋਰ ਜਿਹੜੇ ਨੇ ਨਾ, ਉਹ ਜਿੱਥੇ ਕਿੱਥੇ ਉਹਨਾਂ ਦਾ ਦਾ ਲੱਗਦਾ ਪਿੰਡਾਂ ਸ਼ਹਿਰਾਂ ਦੇ ਵਿੱਚ, ਉਹ ਧਨ ਨੂੰ ਚੁਰਾ ਕੇ ਲਿਆਉਂਦੇ ਹਨ। ਤੁਮ ਤੇ ਤਨ ਕੇ ਤਰਾਸ ਨਹਿ ਪਾਇਓ, ਤੇ ਕੰਨ ਭਰਦਿਆਂ ਕਹਿ ਰਿਹਾ ਹੈ ਕਿ ਉਹ ਗੁਰੂ ਅਰਜਨ ਦੇਵ ਤੁਹਾਡਾ ਰੱਤੀ ਭਰ ਵੀ ਕੋਈ ਡਰ ਨਹੀਂ ਮੰਨਦੇ, ਤੇ ਨਾ ਉਹਨਾਂ ਦੇ ਚੋਰ ਹੀ ਤੁਹਾਡਾ ਡਰ ਮੰਨਦੇ ਹਨ। ਤੇਰੇ ਮਹਤੇ ਵਸਤੂ ਕੜੰਤ, ਕਿ ਉਹਨਾਂ ਨੇ ਦੇਖੋ ਸ਼ਰੇਆਮ ਆ ਕੇ ਬੜੇ ਬੇਖੌਫ ਹੋ ਕਰਕੇ ਤੁਹਾਡੇ ਹੀ ਡੇਰੇ ਵਿੱਚੋਂ, ਪੜਾਅ ਵਿੱਚੋਂ, ਤੁਹਾਡੇ ਤੰਬੂਆਂ 'ਚੋਂ ਧਨ ਅੰਨ ਗਹਿਣੇ ਆਦਿਕ ਜਿਹੜੇ ਇੱਥੋਂ ਤੱਕ ਤੁਹਾਡੀ ਜਨਮ ਦੀ ਕਿਤਾਬ ਚੁੱਕ ਕੇ ਲੈ ਗਏ ਹਨ। ਰਾਮਦਾਸਪੁਰ ਮਹਿਦ ਬਸਾਇਓ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲ ਇਸ਼ਾਰਾ ਕਰਕੇ ਕਹਿੰਦਾ ਇਹਨਾਂ ਸਾਰੇ ਚੋਰਾਂ ਦਾ ਮੁਖੀ ਜਿਹੜਾ ਹੈ ਨਾ, ਇਹ ਚੋਰ ਕਿਹਨੂੰ ਕਹਿ ਰਿਹਾ ਹੈ? ਇਹ ਆਪਾਂ ਨੂੰ ਸਾਰਿਆਂ ਨੂੰ, ਭਾਵ ਗੁਰੂ ਕੇ ਸਿੱਖਾਂ ਨੂੰ ਚੋਰ ਕਹਿੰਦਾ। ਸੋ ਕਹਿੰਦਾ ਉਹਨਾਂ ਦਾ ਮੁਖੀ ਜੋ ਗੁਰੂ ਅਰਜਨ ਦੇਵ ਹੈ, ਉਹਨੇ ਰਾਮਦਾਸਪੁਰੀ ਵਸਾਈ ਹੈ, ਭਾਵ ਅੰਮ੍ਰਿਤਸਰ ਸਾਹਿਬ ਜਿਹੜਾ ਉਹ ਵਸਾਇਆ ਹੈ। ਗੁਰੂ ਕਹਾਇਓ ਬਣਿਓ ਧਨਵੰਤ, ਤੇ ਉਸ ਪੁਰੀ ਦੇ ਵਿੱਚ ਬਹਿ ਕਰਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਤੇ ਗੁਰੂ ਕਹਾਉਣ ਕਰਕੇ ਬਹੁਤ ਜ਼ਿਆਦਾ ਧਨ ਆ ਗਿਆ ਤੇ ਧਨਵਾਨ ਹੋ ਗਏ ਹਨ। ਬੜੇ ਭਰਾਤ ਕੋ ਵਹਿਰ ਨਿਕਾਸਿਓ, ਇੱਥੋਂ ਤੱਕ ਜੇ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਾਂ ਤੇ ਉਹਨਾਂ ਨੇ ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਨੂੰ ਵੀ ਆਪਣੇ ਨਗਰ ਤੇ ਘਰੋਂ ਕੱਢ ਦਿੱਤਾ। ਬਲ ਛਲ ਭਾਂਤ ਅਨੇਕ ਕਰੰਤ, ਤੇ ਉਹਨਾਂ ਵਿੱਚ ਕਈ ਪ੍ਰਕਾਰ ਦੇ ਵਲ ਛਲ ਅਨੇਕਾਂ ਪ੍ਰਕਾਰ ਦੇ ਹਨ, ਤੇ ਆਪਣੇ ਸਕੇ ਭਰਾ ਦੇ ਨਾਲ ਵਲ ਛਲ ਕਰਕੇ ਉਹਨੂੰ ਨਗਰ ਚੋਂ ਕੱਢ ਦਿੱਤਾ। ਦੇਸ ਬਦੇਸਨ ਤਸ ਕਰ ਭੇਜਤ, ਤੇ ਦੇਸ਼ਾਂ ਪਰਦੇਸ਼ਾਂ ਤੋਂ ਤਸਕਰ ਜਿਹੜੇ ਹਨ ਨਾ, ਉਹ ਵਸਤੂਆਂ ਭੇਜਦੇ ਨੇ ਉਹਨਾਂ ਕੋਲ। ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਆਪਣੇ ਤਸਕਰਾਂ ਨੂੰ ਭੇਜਦੇ ਨੇ, ਜਿਵੇਂ ਇਸ ਇਲਾਕੇ ਵਿੱਚ ਉਹਨਾਂ ਨੇ ਭੇਜੇ, ਹੋਰ ਬੜੇ ਇਲਾਕਿਆਂ ਵਿੱਚ। ਇਸ ਤਰ੍ਹਾਂ ਕੰਨ ਭਰਦਿਆਂ ਕਹਿੰਦਾ ਹੈ ਕਿ ਗੁਰੂ ਅਰਜਨ ਦੇਵ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਚੋਰਾਂ ਨੂੰ ਭੇਜਦੇ ਹਨ। ਨੇਕੀ ਵਸਤੂ ਨਾ ਕਿਤੇ ਛੁਟੰਤ, ਤੇ ਪਤਾ ਕੀ ਕਰਦੇ, ਦੁਨੀਆ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਉਹਨਾਂ ਨੂੰ ਚੰਗੀ ਲੱਗੇ,
ਜਿਵੇਂ ਆਪਾਂ ਨੂੰ ਪਤਾ ਹੁੰਦਾ ਵੀ ਫਲਾਣੀ ਸਟੇਟ 'ਚ ਫਲਾਣੀ ਚੀਜ਼ ਬੜੀ ਵਧੀਆ ਮਿਲਦੀ, ਫਲਾਣੇ ਮੁਲਕ 'ਚ ਆ ਚੀਜ਼ ਬੜੀ ਵਧੀਆ ਮਿਲਦੀ। ਸੋ ਕਹਿੰਦਾ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਇਲਾਕਿਆਂ 'ਚ ਜਿਹੜੀ ਚੀਜ਼ ਉਹਨਾਂ ਨੂੰ ਪਤਾ ਲੱਗੇ ਵੀ ਬੜੀ ਚੰਗੀ ਹੈ, ਬੜੀ ਮਹਿੰਗੀ ਹੈ, ਤੇ ਆਪਣੇ ਚੋਰਾਂ ਨੂੰ ਉੱਥੇ ਭੇਜਦੇ ਨੇ ਤੇ ਉੱਥੋਂ ਲੁੱਟ ਕੇ ਲੈ ਆਉਂਦੇ ਹਨ, ਚੋਰੀ ਕਰਕੇ ਲੈ ਆਉਂਦੇ ਹਨ। ਪਰ ਐਸਾ ਨਹੀਂ ਸੀ, ਕਿਉਂਕਿ ਸੱਚਾਈ ਤਾਂ ਇਹ ਸੀ ਕਿ ਗੁਰੂ ਕੇ ਸਿੱਖ ਜਾਂਦੇ ਸੀ ਤੇ ਗੁਰੂ ਦੇ ਪਿਆਰ ਹਿਤ ਆ ਕਰਕੇ ਉਸ ਵਸਤੂ ਨੂੰ ਇੱਥੋਂ ਤੱਕ ਆਪਣਾ ਤਨ ਵੀ ਕਈ ਵਾਰ ਗੋਲਾ ਰੱਖ ਕਰਕੇ ਉਹ ਖਰੀਦ ਕੇ ਲਿਆਉਂਦੇ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਭੇਟਾ ਕਰਨੀ ਹੈ। ਪਰ ਖੈਰ ਕਹਿਣ ਵਾਲਾ ਜੋ ਮਰਜ਼ੀ ਕਹੇ। ਸੋ ਇਸ ਤਰ੍ਹਾਂ ਇਹ ਕਹਿੰਦਾ ਹੈ ਕਿ ਉਹ ਦੇਸ਼ਾਂ ਪ੍ਰਦੇਸ਼ਾਂ 'ਚ ਇਸ ਤਰ੍ਹਾਂ ਭੇਜ ਦਿੰਦੇ ਹਨ। ਲੇਖ ਮੰਗਾਏ ਸਮੀਪ ਆਪਣੇ, ਤੇ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹਨੂੰ ਆਪਣੇ ਕੋਲ ਮੰਗਾ ਲੈਂਦੇ ਹਨ। ਬੈਠ ਨਰਨ ਮਹਿ ਬਚ ਗਰਬੰਤ, ਤੇ ਇਸ ਤਰ੍ਹਾਂ ਸਾਰਾ ਧਨ ਪ੍ਰਾਪਤ ਕਰਕੇ ਕਈ ਮਨੁੱਖ ਆਉਣ ਕਰਕੇ ਕੋਲ ਉਹ ਬਹੁਤ ਜ਼ਿਆਦਾ ਗਰਬੰਤ ਹੰਕਾਰੀ ਹੋ ਗਏ ਹਨ। ਸੁਣਤ ਸਹੋ ਬਿਸਮਿਓ ਭਾਤੂ ਸਨ, ਜਦੋਂ ਇਹਨੇ ਇਸ਼ਾਰਾ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵੱਲ ਤਾਂ ਬਾਦਸ਼ਾਹ ਜਹਾਂਗੀਰ ਸੁਣ ਕੇ ਬੜਾ ਹੈਰਾਨ ਹੋਇਆ ਤੇ ਨਾਲ ਚੁੱਪ ਕਰ ਗਿਆ ਇੱਕਦਮ। ਉਹਦੀ ਸਮਝ ਦੇ ਵਿੱਚ ਨਹੀਂ ਆ ਰਿਹਾ ਸੀ ਕਿ ਕਹਿ ਕੀ ਰਿਹਾ ਹੈ। ਗੁਰ ਕਰ ਕੀ ਬਾਤਨ ਚਿਤਵੰਤ, ਮਨ ਦੇ ਵਿੱਚ ਸੋਚਦਾ ਹੈ ਕਿ ਇਹ ਤਾਂ ਜਿਹੜਾ ਇਸ਼ਾਰਾ ਕਰਦਾ ਪਿਆ ਕਿ ਅਰਜਨ ਨਾਮੀ, ਤੇ ਅਰਜਨ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਉਹ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੱਦੀ ਦੇ ਮਾਲਕ ਨੇ। ਸੋ ਮਨ ਦੇ ਵਿੱਚ ਸੋਚਦਾ ਹੈ ਕਿ ਦੀਵਾਨ ਚੰਦੂ ਜਿਹੜਾ ਇਸ਼ਾਰਾ ਕਰਦਾ ਹੈ ਇਹ ਤੇ ਗੁਰੂ ਘਰ ਦੀ ਗੱਲ ਕਰਦਾ ਪਿਆ ਹੈ। ਉਚਰਤ ਪਇਓ ਅਨੁਚਿਤ ਨਾ ਭਾਖੋ, ਤੇ ਥੋੜਾ ਜਿਹਾ ਤਾੜਨਾ ਕਰਕੇ ਅੱਗੋਂ ਦੀਵਾਨ ਚੰਦੂ ਨੂੰ ਜਹਾਂਗੀਰ ਕਹਿੰਦਾ ਅਨੁਚਿਤ ਨਾ ਭਾਖੋ, ਕਿ ਦੀਵਾਨ ਚੰਦੂ ਝੂਠ ਨਾ ਬੋਲ, ਥੋੜਾ ਜਿਹਾ ਸੋਚ ਕੇ ਬੋਲ। ਤੈਨੂੰ ਪਤਾ ਹੈ ਤੂੰ ਕੀ ਕਹਿ ਰਿਹਾ, ਤੈਨੂੰ ਪਤਾ ਹੈ ਤੂੰ ਜਿਹੜਾ ਇਸ਼ਾਰਾ ਕਰਦਾ ਪਿਆ ਕਿਹੜੇ ਪਾਸੇ ਕਰ ਰਿਹਾ ਹੈ। ਕਿਤ ਗੁਰ ਪਦ ਕਿਤ ਛੋਰ ਰਖੰਤ, ਕਿੱਥੇ ਗੁਰੂ ਪਦ, ਕਿੱਥੇ ਗੁਰਤਾ ਗੱਦੀ ਤੇ ਕਿੱਥੇ ਚੋਰ। ਗੱਲ ਫੱਬਦੀ ਨਹੀਂ ਪਈ ਤੇਰੀ ਵੀ ਤੂੰ ਕਹਿੰਦਾ ਵੀ ਗੁਰੂ ਆਪਣੇ ਕੋਲ ਚੋਰ ਰੱਖਦਾ, ਇਹ ਗੱਲ ਹਜ਼ਮ ਨਹੀਂ ਹੋ ਰਹੀ। ਤੂੰ ਥੋੜਾ ਸੋਚ ਕੇ ਬੋਲ, ਕਿੱਥੇ ਗੁਰੂ ਨਾਨਕ ਦੀ ਗੱਦੀ ਤੇ ਕਿੱਥੇ ਕੋਲ ਚੋਰ ਰੱਖਣੇ, ਇਹ ਗੱਲ ਨਹੀਂ ਫੱਬਦੀ ਹੈ। ਪੀਰਣ ਪੀਰ ਮਹਾ ਗੁਰੂ ਨਾਨਕ, ਉਹ ਤਾਂ ਗੁਰੂ ਨਾਨਕ ਪਾਤਸ਼ਾਹ ਤੇ ਪੀਰਾਂ ਦੇ ਪੀਰ ਸਨ, ਉਹ ਤੇ ਖੁਦਾ ਰੂਪ ਸਨ, ਤੇ ਪੀਰਾਂ ਦੇ ਕੋਲ ਸਾਧੂ ਰਹਿੰਦੇ ਨੇ, ਪੀਰਾਂ ਦੇ ਕੋਲ ਫਕੀਰ ਰਹਿੰਦੇ ਨੇ, ਕਮਾਈ ਵਾਲੇ ਸਤਪੁਰਖ ਰਿਹਾ ਕਰਦੇ ਨੇ, ਉਹਨਾਂ ਕੋਲ ਕਦੀ ਚੋਰ ਨਹੀਂ ਰਿਹਾ ਕਰਦੇ। ਗੁਰੂ ਨਾਨਕ ਖੁਦਾ ਰੂਪ ਸਨ, ਪੀਰਾਂ ਦੇ ਪੀਰ ਸਨ। ਜਿਸ ਕੀ ਬਖਸ਼ਿਸ਼ ਜਗ ਬਰਸੰਤ, ਜਿਨ੍ਹਾਂ ਦੀਆਂ ਬਖਸ਼ਿਸ਼ਾਂ ਸਾਰੇ ਜਗਤ ਦੇ ਉੱਤੇ ਵਰਸਦੀਆਂ ਸੀ ਤੇ ਅੱਜ ਵੀ ਵਰਸ ਰਹੀਆਂ ਹਨ। ਬਾਬਰ ਬੜੋ ਹਮਾਰੋ ਹੋਵਾ, ਇੱਥੋਂ ਤੱਕ ਦੀਵਾਨ ਚੰਦੂ ਲੋਕਾਂ ਦੀ ਗੱਲ ਛੱਡ, ਸਾਡਾ ਸਾਰਿਆਂ ਤੋਂ ਵੱਡਾ ਬਜ਼ੁਰਗ ਜਿਹੜਾ ਬਾਬਰ ਹੋਇਆ ਹੈ, ਜਿਸ ਕੋ ਸਲਤਨ ਦੀਨ ਤੁਰੰਤ, ਗੁਰੂ ਨਾਨਕ ਪਾਤਸ਼ਾਹ ਨੇ ਬਾਦਸ਼ਾਹ ਬਾਬਰ ਨੂੰ ਸਲਤਨਤ ਦਿੱਤੀ, ਵਰ ਦਿੱਤਾ, ਆਸ਼ੀਰਵਾਦ ਦਿੱਤਾ, ਜੋ ਅੱਜ ਸਾਡੇ ਕੋਲ ਇੰਨਾ ਵੱਡਾ ਰਾਜ ਭਾਗ ਹੈ। ਅਸੀਂ ਬਾਦਸ਼ਾਹੀਆਂ ਭੋਗਦੇ ਪਏ ਹਾਂ, ਇਹ ਗੁਰੂ ਨਾਨਕ ਦੀਆਂ ਅਸੀਸਾਂ ਸਨ ਸਾਡੇ ਬਜ਼ੁਰਗਾਂ ਉੱਪਰ। ਹਿੰਦੂ ਤੁਰ ਕਰ ਇੱਕ ਸਮਝਾਨਤ, ਗੁਰੂ ਨਾਨਕ ਮਹਾਰਾਜ ਜਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਿਸ ਸਦਾ ਹਿੰਦੂ ਤੇ ਮੁਸਲਮਾਨ ਨੂੰ ਇੱਕ ਸਮਾਨ ਜਾਣਦੇ ਹਨ। ਸਰਧਾਲੂ ਨਰ ਕੀਏ ਨਿਹਾਲ, ਤੇ ਬੇਅੰਤ ਸ਼ਰਧਾਲੂ ਮਨੁੱਖ ਉਹਨਾਂ ਕੋਲ ਆਉਂਦੇ ਸੀ ਤੇ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਨਿਹਾਲ ਕਰਦੇ ਰਹੇ ਹਨ। ਇਸ ਗਾਦੀ ਪਰ ਬੈਠ ਗੁਰੂ ਭਾਗ, ਤੇ ਇਸ ਵਕਤ ਉਸੇ ਗੁਰਤਾ ਗੱਦੀ ਦੇ ਉੱਤੇ ਬਹਿ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੁਨ ਕੇ ਮਲੇ ਚੋਰੀ ਕੋ ਮਾਲ, ਤੇ ਕਿਸ ਤਰ੍ਹਾਂ ਚੋਰੀ ਕਰ ਲੈਣਗੇ ਜਾਂ ਚੋਰੀ ਦਾ ਮਾਲ ਲੈ ਲੈਣਗੇ ਜੋ ਗੁਰੂ ਨਾਨਕ ਮਹਾਰਾਜ ਸਾਰਿਆਂ ਨੂੰ ਸਾਂਝਾ ਉਪਦੇਸ਼ ਬਖਸ਼ਦੇ। ਉਹਨਾਂ ਦੇ ਤੇ ਆਪਣੇ ਘਰ ਵਿੱਚ ਇੰਨਾ ਕੁਝ ਹੈ ਕਿ ਦੁਨੀਆ ਉੱਥੋਂ ਬਖਸ਼ਿਸ਼ਾਂ ਲੈ ਕੇ ਜਿਉਂਦੀ ਪਈ ਹੈ, ਤੇ ਉਹ ਖਜ਼ਾਨਿਆਂ ਦੇ ਮਾਲਕ, ਭੰਡਾਰਿਆਂ, ਬਖਸ਼ਿਸ਼ਾਂ ਦੇ ਮਾਲਕ, ਉਹ ਇਸ ਗੱਦੀ ਤੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਭਲਾ ਕਿਵੇਂ ਚੋਰੀਆਂ ਕਰਵਾਉਣਗੇ। ਅਸ ਖੋਟੀ ਮਤ ਕੋ ਪਰ ਹਰੀਆ, ਇਸ ਕਰਕੇ ਜਿਹੜੀ ਤੂੰ ਖੋਟੀ ਮਤ ਧਾਰਨ ਕੀਤੀ ਹੈ ਨਾ, ਇਸ ਖੋਟੀ ਮਤ ਨੂੰ ਤਿਆਗ ਦੇਣਾ ਕਰ। ਕੈਸੇ ਚੋਰ ਰਖੈ ਨਿਜ ਨਾਲ, ਤੂੰ ਆਪ ਸੋਚ ਕੇ ਵੇਖ, ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਦੀ ਜੋਤ ਹੋਣ
ਤੇ ਆਪਣੇ ਨਾਲ ਚੋਰ ਭਲਾ ਕਿਵੇਂ ਰੱਖਣਗੇ। ਥੋੜਾ ਜਿਹਾ ਆਪਣੇ ਆਪ ਸੋਚ, ਆਪਣੇ ਦਿਮਾਗ ਤੋਂ ਕੰਮ ਲੈ ਤੇ ਖੋਟੀ ਮੱਤ ਛੱਡ ਦੇਣੀ ਕਰ। ਜਗਤ ਬਿਖੈ ਜਿਨ ਕੋ ਜਗ ਕਹੀਅਤ, ਜਿਨ੍ਹਾਂ ਦਾ ਉਪਦੇਸ਼ ਜਿਹੜਾ ਹੈ ਸਾਰੇ ਜਗਤ ਦੇ ਵਿੱਚ ਇੰਜ ਕਿਹਾ ਜਾਂਦਾ ਹੈ। ਜਿਨ ਕੋ ਕਮੀ ਨਾ ਦਰਬ ਵਿਸਾਲ, ਉਹਨਾਂ ਦੇ ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ। ਜਿਨ੍ਹਾਂ ਦੇ ਵਰ ਪਾ ਕੇ ਅਸੀਂ ਬਾਦਸ਼ਾਹੀਆਂ ਭੋਗਦੇ ਹਾਂ, ਉਹਨਾਂ ਘਰ ਵਿੱਚ ਕਾਹਦੀ ਕਮੀ ਹੈ। ਸੁਣ ਚੰਦੂ ਨੇ ਪੁਨਹ ਲਟਾਈ, ਸੋ ਚੰਦੂ ਜਦੋਂ ਵੇਖਿਆ ਕਿ ਬਾਦਸ਼ਾਹ ਤੇ ਮੇਰੇ ਤੇ ਗੁੱਸਾ ਕਰਨ ਲੱਗ ਗਿਆ, ਮੈਂ ਤੇ ਕੁਝ ਹੋਰ ਕਹਿਣਾ ਚਾਹੁੰਦਾ ਸੀ, ਬਾਦਸ਼ਾਹ ਨੇ ਇੱਥੋਂ ਤੱਕ ਵੀ ਕਿਹਾ ਜਿਨ੍ਹਾਂ ਦੇ ਉਪਦੇਸ਼ ਨਾਲ ਚੋਰ ਚੋਰੀਆਂ ਛੱਡ ਜਾਂਦੇ ਨੇ, ਉਹ ਚੋਰਾਂ ਨੂੰ ਭਲਾ ਚੋਰੀਆਂ ਕਰਨ ਲਈ ਕਿਵੇਂ ਕਹਿ ਦੇਣਗੇ। ਸੋ ਚੰਦੂ ਨੇ ਜਦੋਂ ਵੇਖਿਆ ਕਿ ਬਾਦਸ਼ਾਹ ਮੇਰੀ ਗੱਲ ਤੇ ਨਹੀਂ ਆ ਰਿਹਾ, ਇਹਨੇ ਉਸੇ ਵੇਲੇ ਗੱਲ ਜਿਹੜੀ ਆਪ ਥੱਲੇ ਡਿੱਗਦਿਆਂ ਹੋਇਆਂ ਵੇਖਿਆ ਵੀ ਮੈਂ ਇਸ ਤਰ੍ਹਾਂ ਝੂਠਾ ਪਵਾਂਗਾ, ਇਹਨੇ ਉਸੇ ਵੇਲੇ ਗੱਲ ਪਲਟ ਦਿੱਤੀ ਹੈ। ਜਿਮ ਤੁਮ ਕਹੋ ਅਹ ਤਿਮ ਬਾਤ, ਕਹਿੰਦਾ ਬਾਦਸ਼ਾਹ ਮੈਂ ਕੁਝ ਹੋਰ ਕਹਿਣਾ ਚਾਹੁੰਦਾ ਸੀ। ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਉਹ ਗੁਰੂ ਨਾਨਕ ਦੀ ਗੱਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਪੀਰਾਂ ਦੇ ਪੀਰ ਨੇ, ਬਿਲਕੁਲ ਸੱਚ ਹੈ, ਮੈਂ ਇਹ ਗੱਲ ਤੋਂ ਬਿਲਕੁਲ ਵੀ ਨਹੀਂ ਮੁੱਕਰਦਾ, ਇੰਜ ਹੀ ਹੈ। ਇਸ ਬਿਨ ਪ੍ਰਥਮ ਗੁਰੂ ਜੇ ਹੋਏ, ਪਰ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਇਸ ਬਿਨ ਭਾਵ ਜਿਸ ਗੁਰੂ ਅਰਜਨ ਦੇਵ ਮਹਾਰਾਜ ਦਾ ਮੈਂ ਜ਼ਿਕਰ ਕਰਦਾ, ਇਸ ਤੋਂ ਬਿਨਾਂ ਜਿਹੜੇ ਪ੍ਰਥਮ ਗੁਰੂ ਪਹਿਲੇ 4 ਗੁਰੂ ਹੋਏ ਹਨ, ਤਿਨ ਕੋ ਜਸ ਜਗ ਮੈਂ ਅਵਦਾਤ, ਉਹਨਾਂ ਦਾ ਜਸ ਜਿਹੜਾ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ, ਬਿਲਕੁਲ ਸਾਖਿਆਤਕਾਰ ਹੈ। ਇਹ ਬੜ ਕ੍ਰੋਧੀ ਲੋਭੀ ਚੰਚਲ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਮੈਂ ਗੁਰੂ ਨਾਨਕ ਮਹਾਰਾਜ ਨੂੰ ਬੁਰਾ ਨਹੀਂ ਕਹਿ ਰਿਹਾ, ਮੈਂ ਇਹਨਾਂ ਦੀ ਗੱਲ ਕਰਦਾ ਕਿ ਇਹ ਬੜ ਕ੍ਰੋਧੀ ਲੋਭੀ ਚੰਚਲ, ਇਹ ਬਹੁਤ ਜ਼ਿਆਦਾ ਕ੍ਰੋਧੀ ਹਨ, ਇਹ ਬਹੁਤ ਜ਼ਿਆਦਾ ਧਨ ਦੇ ਲੋਭੀ ਹਨ ਤੇ ਬਹੁਤ ਜ਼ਿਆਦਾ ਚੰਚਲ ਮੱਤ ਵਾਲੇ ਚਤਰ ਚਲਾਕ ਹਨ। ਨਗਰ ਨਿਕਾਸ ਦੀਨ ਬੜ ਭਰਾਤ, ਕਿ ਦੇਖੋ ਚਤੁਰਾਈਆਂ ਦੇ ਨਾਲ ਇਹਨਾਂ ਨੇ ਆਪਣੇ ਭਰਾ ਨੂੰ ਆਪਣੇ ਨਗਰ ਚੋਂ ਕੱਢ ਦਿੱਤਾ। ਅਪਰ ਨਰਨ ਸੋ ਦ્વੈਸ ਕਰੰਤਾ, ਤੇ ਹੋਰ ਵੀ ਮਨੁੱਖ ਜਿਹੜੇ ਹਨ, ਕੱਲੇ ਆਪਣੇ ਭਰਾ ਦੀ ਗੱਲ ਨਹੀਂ, ਹੋਰ ਵੀ ਬੜੇ ਮਨੁੱਖਾਂ ਦੇ ਨਾਲ ਇਹ ਦਵੈਸ਼ ਈਰਖਾ ਕਰਦੇ ਹਨ। ਡਰਤ ਨ ਰਚ ਹੈ ਅਨਕ ਛਲ ਕਾਤ, ਇਸ ਕਰਕੇ ਕਈ ਪ੍ਰਕਾਰ ਛਲ ਕਰਦੇ ਨੇ, ਕਈ ਪ੍ਰਕਾਰ ਦੇ ਅਨੁਚਿਤ ਕੰਮ ਕਰਦੇ ਹਨ। ਸਾਹੋ ਕਹਿਓ ਪਿਤ ਅਕਬਰ ਮੇਰੋ, ਸੋ ਇਸ ਤਰ੍ਹਾਂ ਸ਼ਾਹ ਅਕਬਰ ਕਹਿਣ ਲੱਗਾ, ਸ਼ਾਹ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਕਿ ਦੀਵਾਨ ਚੰਦੂ ਮੇਰਾ ਪਿਤਾ ਜੋ ਬਾਦਸ਼ਾਹ ਅਕਬਰ ਹੈ, ਅਰਪੇ ਗ੍ਰਾਮ ਕੀ ਤਕ ਤਿਨ ਪਾਸ, ਤੈਨੂੰ ਪਤਾ ਜਦੋਂ ਉਹ ਆਇਆ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਤੇ ਉਹਨੇ ਕਈ ਪਿੰਡਾਂ ਦਾ ਪੱਟਾ ਜਿਹੜਾ ਸੀਗਾ ਉਹ ਲਿਖਵਾ ਦਿੱਤਾ ਸੀਗਾ, ਭੇਟਾ ਕਰ ਦਿੱਤੇ ਸਨ। ਲਭਪੁਰ ਮਹਿ ਚਲ ਅਬ ਸੁਧ ਲੈ, ਤੇ ਕੋਈ ਗੱਲ ਨਹੀਂ, ਚੱਲ ਜੇ ਤੂੰ ਕਹਿਣਾ ਹੈ ਵੀ ਇਹ ਚੋਰੀਆਂ ਕਰਦੇ ਨੇ ਜਾਂ ਇਹਨਾਂ ਨੇ ਚੋਰ ਰੱਖੇ ਨੇ, ਜਿੱਥੋਂ ਤੱਕ ਮੈਨੂੰ ਖਬਰ ਬਾਦਸ਼ਾਹ ਅਕਬਰ ਨੇ ਪੱਟਾ ਲਿਖਵਾਇਆ ਸੀ, ਬਹੁਤ ਜ਼ਮੀਨ ਜਿਹੜੀ ਗੁਰੂ ਘਰ ਦੇ ਨਾਮ ਕਰਵਾਈ ਸੀ, ਜਿੱਥੋਂ ਬਹੁਤ ਸੋਹਣਾ ਪ੍ਰਬੰਧ ਚੱਲ ਰਿਹਾ ਹੈ। ਪਰ ਫਿਰ ਵੀ ਕੋਈ ਗੱਲ ਨਹੀਂ, ਜੇ ਤੂੰ ਇਸ ਤਰ੍ਹਾਂ ਕਹਿੰਦਾ ਹੈ ਤੇ ਆਪਾਂ ਕੇਰਾਂ ਇੱਕ ਵਾਰ ਲਾਹੌਰ ਪਹੁੰਚਦੇ ਹਾਂ। ਖਰਚ ਵਿਸਾਲ ਜੇ ਭਇਓ ਆਵਾਸ, ਤੇ ਆਪਾਂ ਸਾਰੀ ਗੱਲ ਜਿਹੜੀ ਆ ਉਹਨੂੰ ਸੁਣਾਂਗੇ, ਸਾਰੀ ਖਬਰ ਲਵਾਂਗੇ। ਤੇ ਜੇ ਚਲੋ ਸਮੇਂ ਦੇ ਨਾਲ ਮਹਿੰਗਾਈ ਵੱਧਦੀ ਹੈ, ਕਦੋਂ ਮੇਰੇ ਪਿਤਾ ਨੇ ਕਈ ਸਾਲ ਹੋ ਗਏ ਨੇ ਪੱਟਾ ਲਿਖਵਾਇਆ ਹੋਇਆ ਜ਼ਮੀਨਾਂ ਦਾ, ਉਸ ਵਕਤ ਮਹਿੰਗਾਈ ਖਰਚ ਹੋਰ ਸਨ, ਅੱਜ ਮਹਿੰਗਾਈ ਹੋਰ ਹੈ, ਉਦੋਂ ਸੰਗਤ ਘੱਟ ਆਉਂਦੀ ਹੋਵੇਗੀ, ਹੁਣ ਸੰਗਤ ਜ਼ਿਆਦਾ ਆਉਣ ਲੱਗੀ ਹੋਣੀ ਹੈ, ਨਗਰ ਵਸਾ ਦਿੱਤਾ ਹੈ, ਕਈ ਪ੍ਰਕਾਰ ਦੇ ਖਰਚੇ ਜਿਹੜੇ ਸੋ ਵੱਧ ਗਏ ਹੋਣਗੇ। ਦੇਹ ਅਪਰ ਕੁਛ ਅਰਪ ਤਿਨੋ ਟਿਕ, ਮੈਂ ਪਤਾ ਕਰਾਂਗਾ ਜੇ ਕਿਤੇ ਹੁਣ ਮਾਇਆ ਦੀ ਕਮੀ ਆਉਂਦੀ ਹੋਈ ਵੀ ਖਰਚੇ ਵੱਧ ਗਏ ਨੇ ਤੇ ਜ਼ਮੀਨਾਂ ਦਾ ਜਿਹੜਾ ਧਨ ਆਉਂਦਾ ਉਹਦੇ ਨਾਲ ਪ੍ਰਬੰਧ ਖਰਚਾ ਨਹੀਂ ਚੱਲਦਾ, ਤੇ ਮੈਂ ਇੰਜ ਕਰਾਂਗਾ, ਮੈਂ ਹੋਰ ਜ਼ਮੀਨਾਂ ਜਿਹੜੀਆਂ ਉਹ ਨਾਮ ਲਗਵਾ ਦੇਵਾਂਗਾ, ਮੈਂ ਹੋਰ ਧਨ ਜਿਹੜਾ ਇਹਨਾਂ ਨੂੰ ਦੇ ਦੇਵਾਂਗਾ। ਚੋਰੀ ਪਰ ਜਹਨੀਕ ਨਾ ਤਾਸ, ਤਾਂ ਕਿ ਇਹ ਚੋਰੀ ਨਾ ਕਰਨ। ਮੈਂ ਮੰਨਦਾ ਨਹੀਂ ਕਿ ਉਹ ਚੋਰੀ ਕਰਦੇ, ਪਰ ਜੇ ਤੂੰ ਕਹਿ ਰਿਹਾ ਕਿ ਚੋਰੀ ਕਰਦੇ ਨੇ, ਹੋ ਸਕਦਾ ਕੋਈ ਮਜਬੂਰੀ ਹੋਵੇ,
ਧਨ ਨਾ ਆਉਂਦਾ ਹੋਵੇ, ਖਰਚ ਨਾ ਚੱਲਦਾ ਹੋਵੇ। ਸੋ ਮੈਂ ਪਤਾ ਕਰਾਂਗਾ ਲਾਹੌਰ ਪਹੁੰਚ ਕੇ, ਜੇ ਧਨ ਦੀ ਕਮੀ ਆਉਂਦੀ ਹੋਈ ਉਹ ਪ੍ਰਬੰਧ ਕਰਕੇ ਤੇ ਕਵਾਂਗਾ ਕਿ ਤੁਸੀਂ ਭਾਈ ਇੰਜ ਚੋਰੀਆਂ ਨਾ ਕਰਿਆ ਕਰੋ। ਅਬ ਤੋ ਚਲੋ ਵਿਪਾਸਾ ਉਤਰੋ। ਸੋ ਇਸ ਕਰਕੇ ਹੁਣ ਚਾਲੇ ਮਾਰੋ ਤੇ ਬਿਆਸਾ ਦਰਿਆ ਜਿਹੜਾ ਇਹਨੂੰ ਪਾਰ ਕਰਨਾ ਕਰੀਏ। ਪਾਰ ਕਰੋ ਡੇਰਾ ਨਿਸਬਾਸ। ਤੇ ਅਗਲੇ ਪਾਸੇ ਜਾ ਕਰਕੇ ਆਪਾਂ ਡੇਰਾ ਕਰਨਾ ਕਰੀਏ। ਦੋਹਰਾ ਡੇਟ ਨੌਕਾ ਪਰਸਾਹੋ ਚੜ ਪਰਿਓ ਪਾਰ ਸੁਖ ਸੰਗ। ਸੋ ਇਸ ਤਰ੍ਹਾਂ ਸਾਰੀ ਗੱਲ ਨੂੰ ਇੱਕ ਦਫਾ ਸੰਕੋਚ ਕਰਕੇ ਨੌਕਾ ਦੇ ਉੱਤੇ ਬਾਦਸ਼ਾਹ ਜਹਾਂਗੀਰ ਜਿਹੜਾ ਸੀ ਚੜ੍ਹਿਆ ਹੈ ਤੇ ਬੜੇ ਸੁੱਖ ਦੇ ਨਾਲ ਦਰਿਆ ਪਾਰ ਕਰਦਾ ਹੈ। ਗੁਰ ਜਸ ਬਰਨਿਓ ਲਾਤ ਦੁਖ ਤਤ ਛਨ ਹੋਇਓ ਭੰਗ। ਸੋ ਜਦੋਂ ਗੁਰੂ ਕਾ ਜਸ ਕੀਤਾ ਨਾ ਇਹਨੇ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਡਿਆਈ ਕੀਤੀ, ਗੁਰੂ ਨਾਨਕ ਪਾਤਸ਼ਾਹ ਨੂੰ ਪੀਰਾਂ ਦੇ ਪੀਰ ਖੁਦਾ ਰੂਪ ਕਿਹਾ ਹੈ। ਸੋ ਜਦੋਂ ਗੁਰੂ ਕਾ ਜਸ ਵਡਿਆਈ ਕੀਤੀ ਤਾਂ ਇਹਦੀ ਲੱਤ ਦਾ ਜਿਹੜਾ ਦਰਦ ਸੀ ਨਾ ਬਹੁਤ ਜ਼ਿਆਦਾ, ਜਿਹਦੇ ਨਾਲ ਚੀਕਾਂ ਮਾਰਦਾ ਸੀ। ਗੁਰੂ ਕਾ ਜਸ, ਗੁਰੂ ਕਾ ਨਾਮ ਲੈਣ ਦੇ ਨਾਲ ਇਹਦੀ ਲੱਤ ਦਾ ਦੁੱਖ ਦਰਦ ਜਿਹੜਾ ਸੋ ਕਟਿਆ ਗਿਆ ਹੈ। ਦੋਹਰਾ ਸੁਲਹੀ ਭਰਾਤਾ ਪੁੱਤਰ ਇੱਕ ਸੁਲਭੀ ਨਾਮ ਕਹੰਤ। ਹੁਣ ਅੱਗੇ ਕਵੀ ਜੀ ਜ਼ਿਕਰ ਕਰਦੇ ਨੇ, ਕਹਿੰਦੇ ਇੱਧਰ ਜਦੋਂ ਅਸੀਂ ਸੁਲਹੀ ਖਾਨ ਦਾ ਜ਼ਿਕਰ ਪੜ੍ਹੀਏ, ਜੋ ਸੁਲਹੀ ਹੋਏ ਮੁਆ ਨਾ ਪਾਕ, ਉਹ ਸੁਲਹੀ ਦਾ ਇੱਕ ਭਰਾ ਹੈ ਤੇ ਉਹਦੇ ਭਰਾ ਦਾ ਇੱਕ ਪੁੱਤਰ ਹੈ ਜਿਹਦਾ ਨਾਂ ਸੁਲਭੀ ਖਾਨ ਹੈ। ਚੰਦੂ ਅਰਪਤ ਸਾਹੋ ਕੋ ਸਗਰਿਓ ਸੁਣਿਓ ਬਿਰਤਾਂਤ। ਉਹ ਵੀ ਨਾਲ ਨਾਲ ਰਹਿੰਦਾ, ਉਹਨੇ ਚੰਦੂ ਤੇ ਬਾਦਸ਼ਾਹ ਜਹਾਂਗੀਰ ਦਾ ਇਹ ਸਾਰਾ ਬਿਰਤਾਂਤ ਸੁਣਿਆ। ਥੋੜਾ ਦੂਰ ਬੈਠਾ ਹੈ, ਗੱਲਾਂ ਬਾਤਾਂ ਆਵਾਜ਼ ਕੰਨਾਂ 'ਚ ਪੈਂਦੀ ਹੈ। ਜਿਵੇਂ ਜਿਵੇਂ ਚੰਦੂ ਦੱਸਦਾ ਪਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਇਸ ਤਰ੍ਹਾਂ ਕਰਦੇ ਨੇ, ਉਹ ਚੋਰ ਰੱਖਦੇ ਨੇ, ਉਹਨੇ ਸਾਰਾ ਬਿਰਤਾਂਤ, ਸਾਰੀ ਵਾਰਤਾਲਾਪ ਜਿਹੜੀ ਬੜੇ ਧਿਆਨ ਨਾਲ ਸੁਣੀ ਹੈ। ਨਿਸ਼ਾਨੀ ਛੰਦ ਉਤਰੇ ਪਾਰ ਜਬ ਟਿਕੇ ਨਿਸ ਤੰਬੂ ਮਹਿ ਚੰਦੂ। ਸੋ ਜਦੋਂ ਬਿਆਸਾ ਦਰਿਆ ਪਾਰ ਕੀਤਾ, ਉੱਤਰ ਪਾਰ ਪਾਰਲੇ ਕਿਨਾਰੇ ਤੇ ਗਏ ਨੇ, ਰਾਤ ਪਈ ਹੈ। ਰਾਤ ਪਈ, ਤੰਬੂ ਲੱਗ ਗਏ ਨੇ। ਤੰਬੂ ਦੇ ਵਿੱਚ ਜਦੋਂ ਬਾਦਸ਼ਾਹ ਜਹਾਂਗੀਰ ਆਪਣੇ ਤੰਬੂ 'ਚ ਆਰਾਮ ਕਰਦਾ ਹੈ ਤਾਂ ਚੰਦੂ ਵੀ ਆਪਣੇ ਤੰਬੂ 'ਚ ਜਦੋਂ ਆਰਾਮ ਕਰਨ ਲੱਗਾ ਤਾਂ ਸੁਲਭੀ ਸੁਲਹੀ ਕੋ ਚਿਤੈ ਉਰ ਕਸ਼ਟ ਬਿਲੰਦੂ। ਤੇ ਇੱਧਰ ਸੁਲਭੀ ਖਾਨ ਜਿਹੜਾ ਹੈ ਉਹਦੇ ਚਿੱਤ ਦੇ ਵਿੱਚ ਜਦੋਂ ਇਹ ਚੇਤਾ ਆਉਂਦਾ ਹੈ ਕਿ ਮੇਰਾ ਚਾਚਾ ਸੁਲਹੀ ਖਾਨ ਜਿਹੜਾ ਹੈ ਉਹਨੂੰ ਬਹੁਤ ਬੁਰੀ ਭਿਆਨਕ ਮੌਤ ਮਿਲੀ ਹੈ, ਤਾਂ ਉਹ ਜਦੋਂ ਸੁਲਹੀ ਖਾਨ ਦਾ ਚੇਤਾ ਆਉਂਦਾ ਉਹ ਚਿੱਤ ਵਿੱਚ ਦੁਖੀ ਹੁੰਦਾ, ਉਹਨੂੰ ਗੁੱਸਾ ਚੜ੍ਹਦਾ ਇਸ ਗੱਲ ਦੇ ਉੱਤੇ। ਉਹ ਬਹੁਤ ਜ਼ਿਆਦਾ ਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਤੀ ਕ੍ਰੋਧ ਵਿੱਚ ਆਉਂਦਾ ਹੈ। ਤਮ ਮਹਿ ਗਮਨਿਓ ਪਾਸ ਤਿਸ ਬੂਜੀ ਸੁਧ ਸਾਰੀ। ਸੋ ਅੱਜ ਇੰਨਾ ਕੁ ਜ਼ਿਆਦਾ ਕ੍ਰੋਧ ਵਿੱਚ ਹੈ ਜਾਂ ਈਰਖਾ ਦੇ ਵਿੱਚ ਹੈ ਜਾਂ ਚਿੰਤਾ ਦੇ ਵਿੱਚ ਹੈ, ਨੀਂਦ ਨਹੀਂ ਆ ਰਹੀ। ਤਮ ਮੈਂ ਜਦੋਂ ਕਾਫੀ ਜ਼ਿਆਦਾ ਹਨੇਰਾ ਸੀ ਨਾ ਰਾਤ ਦਾ, ਤੇ ਸੁਲਭੀ ਖਾਂ ਉੱਠਿਆ ਤੇ ਉੱਠ ਕੇ ਚੰਦੂ ਦੇ ਕੋਲ ਉਹਦੇ ਤੰਬੂ ਵਿੱਚ ਪਹੁੰਚਦਾ ਹੈ। ਹਮਰੋ ਰਿਪ ਅਰਜਨ ਗੁਰੂ ਕਿਆ ਕਰਤ ਉਚਾਰੀ। ਤੇ ਜਾ ਕੇ ਬੂਝੀ ਸੁਧ ਸਾਰੀ, ਪਹਿਲਾਂ ਚੰਦੂ ਨੂੰ ਸਾਰੀ ਗੱਲ ਪੁੱਛੀ ਚੰਗੀ ਤਰ੍ਹਾਂ, ਫਿਰ ਨਾਲ ਹੀ ਪੁੱਛਣ ਤੋਂ ਬਾਅਦ ਕਹਿੰਦਾ ਹੈ ਹਮਰੋ ਰਿਪ ਅਰਜਨ ਗੁਰੂ ਕਿਆ ਕਰਤ ਉਚਾਰੀ, ਕਿ ਸਾਡਾ ਦੁਸ਼ਮਣ ਜਿਹੜਾ ਹੈ ਗੁਰੂ ਅਰਜਨ ਉਹ ਕੀ ਕਹਿ ਰਿਹਾ, ਕੀ ਉਹਦੇ ਬਾਰੇ ਖਬਰ ਹੈ। ਫਿਰ ਮੈਂ ਜੋ ਤੁਹਾਡੀਆਂ ਗੱਲਾਂ ਬਾਤਾਂ 'ਚੋਂ ਸੁਣਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੀ ਦੇ ਨਾਲ ਵੀ ਦੁਸ਼ਮਣੀ ਹੈ। ਸੁਣ ਚੰਦੂ ਤਰਕਤ ਪਇਓ ਲਾਇਕ ਬਿਨ ਹੋਏ। ਤੇ ਚੰਦੂ ਨੇ ਅੱਗੋਂ ਇੱਕ ਤਰਕ ਮਾਰ ਦਿੱਤਾ, ਅੱਗੋਂ ਇੱਕ ਤਾਨਾ ਮਾਰ ਦਿੱਤਾ, ਕਹਿੰਦਾ ਵੀ ਤੂੰ ਲਾਇਕ ਬਿਨ ਹੋਏ। ਲਾਇਕ ਬਿਨ ਦਾ ਮਤਲਬ ਤੂੰ ਲਾਇਕ ਤੋਂ ਬਿਨਾਂ ਹੈ, ਜਿਹਨੂੰ ਅਸੀਂ ਅਰਥ ਕਰੀਏ ਕਿ ਤੂੰ ਨਾਲਾਇਕ ਨਿਕਲਿਆ ਬਹੁਤ ਵੱਡਾ, ਤੈਨੂੰ ਚਾਹੀਦਾ ਹੀ ਲਾਇਕ ਪੁੱਤਰ ਨਿਕਲਦਾ, ਪਰ ਤੂੰ ਤੇ ਬਹੁਤ ਨਾਲਾਇਕ ਨਿਕਲਿਆ ਹੈ। ਬੈਰ ਨ ਚਾਚੇ ਕੋ ਲਿਓ ਪਰ ਸੁਖ ਸੋ ਸੋਏ। ਜੇ ਤੇਰੇ ਵਰਗਾ ਯੋਧਾ ਹੋਵੇ ਐਡਾ ਵੱਡਾ ਤੇ ਤੇਰੇ ਚਾਚੇ ਨੂੰ ਕਿਸੇ ਨੇ ਮਾਰਿਆ ਹੋਵੇ ਤੇ ਤੂੰ ਹਾਲੇ ਤੱਕ ਬਦਲਾ ਹੀ ਨਾ ਲੈ ਸਕਿਆ ਹੋਵੇਂ ਤੇ ਤੂੰ ਸੁੱਖ ਦੀ ਨੀਂਦ ਸੌਵੇਂ, ਲੱਖ ਲਾਹਨਤ ਹੈ ਤੇਰੇ ਉੱਤੇ, ਤੂੰ ਲਾਇਕ ਪੁੱਤ ਨਹੀਂ ਨਿਕਲਿਆ। ਇਸ ਕਰਕੇ ਦੂਜਾ ਅਰਥ ਹੈ ਕਿ ਤੇਰਾ ਦੁਸ਼ਮਣ ਜਿਹਨੇ ਤੇਰੇ ਚਾਚੇ ਨੂੰ ਮਾਰਿਆ ਗੁਰੂ ਅਰਜਨ ਦੇਵ ਸੁੱਖ ਨਾ ਸੌਂਦਾ ਹੋਵੇ,
ਤੇ ਤੈਨੂੰ ਇਸ ਗੱਲ ਦੀ ਫਿਕਰ ਕੋਈ ਨਾ ਹੋਵੇ, ਇਸ ਤਰ੍ਹਾਂ ਤੇਰੇ ਉੱਤੇ ਲਾਹਨਤ ਹੈ। ਮੈਂ ਉਪਾਏ ਕਹਿਬੇ ਕਰੋ ਦਿਨ ਕੇਤਕ ਮਾਹੀ। ਤੇ ਮੈਂ ਤਾਂ ਕਈ ਦਿਨਾਂ ਤੋਂ ਇਸ ਗੱਲ ਦੇ ਵਾਸਤੇ ਉਪਾਅ ਯਤਨ ਜਿਹੜੇ ਉਹ ਸ਼ੁਰੂ ਤੋਂ ਕਰ ਰਿਹਾ ਹਾਂ ਤੇ ਨਾਲ ਕਰਦਾ ਰਹਾਂਗਾ। ਬਨ ਸਹਾਏ ਜੇ ਦੁਖ ਰਿਦੇ ਛੋ ਰਹਿਣਗੇ ਨਾਹੀ। ਤੇ ਅੱਗੋਂ ਸੁਲਭੀ ਖਾਨ ਫਿਰ ਜਵਾਬ ਦਿੰਦਾ ਹੈ, ਕਹਿੰਦਾ ਬਨ ਸਹਾਏ ਦੀਵਾਨ ਚੰਦੂ, ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਤੇਰੀ ਵੀ ਐਡੀ ਵੱਡੀ ਦੁਸ਼ਮਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ। ਮੈਂ ਤੇ ਆ ਤੁਹਾਡੀਆਂ ਗੱਲਾਂ ਸੁਣੀਆਂ ਉਦੋਂ ਪਤਾ ਲੱਗਾ ਮੈਨੂੰ। ਤੇ ਸੋ ਆਪਾਂ ਇੰਜ ਕਰੀਏ, ਤੂੰ ਮੇਰਾ ਸਹਾਇਕ ਬਣ, ਮੇਰੀ ਮਦਦ ਕਰ ਤੇ ਮੈਂ ਬਹੁਤ ਛੇਤੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਖਤਮ ਕਰ ਦੇਵਾਂਗਾ। ਸੁਣ ਦੀਵਾਨ ਮੁਝ ਆਨ ਹੈ ਸੁਧ ਹਿਤ ਨਾ ਤੇਰੀ। ਤੇ ਮੈਨੂੰ ਤਾਂ ਇਸ ਗੱਲ ਦੀ ਖਬਰ ਨਹੀਂ ਸੀ, ਮੁਝ ਆਨ ਹੈ, ਮੈਨੂੰ ਕਸਮ ਹੈ ਅੱਜ ਇਸ ਗੱਲ ਦੀ। ਬਸ ਤੂੰ ਮੇਰਾ ਸਾਥ ਦੇ ਦੇ, ਤੂੰ ਮੇਰੀ ਮਦਦ ਕਰ ਦੇ। ਮੈਂ ਕਸਮ ਖਾ ਕੇ ਕਹਿਣਾ ਕਿ ਮੈਂ ਇਸ ਕੰਮ ਨੂੰ ਨੇਪਰੇ ਚਾੜ ਦਵਾਂਗਾ। ਹਮ ਦੋਨੋਂ ਕੋ ਮਾਰਨੇ ਬਿਦ ਸੁਗਮ ਬਡੇਰੀ। ਜੇ ਅਸੀਂ ਦੋਨੇ ਰਲ ਜਾਈਏ ਨਾ ਤੇ ਸਾਨੂੰ ਦੋਨਾਂ ਨੂੰ ਗੁਰੂ ਅਰਜਨ ਦੇਵ ਨੂੰ ਮਾਰਨਾ ਬਹੁਤ ਸੌਖਾ ਹੋ ਜਾਵੇਗਾ।